ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਸਾਡੀ ਅੱਜ ਦੀ ਪੇਸ਼ਕਸ਼ ਡੈਡੀਕੇਟਿਡ ਹੈ ਇੱਕ ਅਜਿਹੀ ਪਰਸਨੈਲਿਟੀ ਨੂੰ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੰਗੀਤ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕਹਿੰਦੇ ਨੇ ਕਿ ਜਦ ਕੋਈ ਦਿਲ ਤੋਂ ਸੋਚਦਾ ਹੈ ਤਾਂ ਉਸ ਨੂੰ ਜ਼ਿਆਦਾਤਰ ਘਾਟੇ ਹੀ ਸਹਿਣੇ ਪੈਂਦੇ ਨੇ। ਬਹੁਤ ਹੀ ਘੱਟ ਸਮਾਂ ਹੁੰਦਾ ਹੈ ਜਦੋਂ ਕਦੇ ਵਾਧਾ ਵੀ ਦੇਖਣ ਨੂੰ ਮਿਲਦਾ ਹੈ। ਦੂਜਿਆਂ ਲਈ ਜਿਉਣਾ, ਕਿਸੇ ਦੇ ਕੰਮ ਆਉਣਾ ਤੇ ਸੰਗੀਤ ਨੂੰ ਪ੍ਰੇਮ ਨਹੀਂ ਬਲਕਿ ਪੂਜਣਾ, ਅਜਿਹੀ ਰੂਹਾਨੀ ਸ਼ਖਸੀਅਤ ਕੋਈ ਹੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਸ਼ਖਸੀਅਤ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਨੂੰ ਉਸ ਵੇਲੇ ਪ੍ਰਫੁੱਲਿਤ ਕਰਨ 'ਚ ਆਪਣਾ ਯੋਗਦਾਨ ਦਿੱਤਾ ਜਦੋਂ ਪੈਸੇ ਆਪਣੀ ਜੇਬ 'ਚੋਂ ਲੱਗਦੇ ਸੀ ਤੇ ਇਸ ਦੇ ਬਦਲੇ ਕੁਛ ਨਹੀਂ ਮਿਲਦਾ ਸੀ। ਗੱਲ ਕਰ ਰਹੇ ਹਾਂ ਉਸ ਸ਼ਖਸੀਅਤ ਦੀ ਜਿਨ੍ਹਾਂ ਨੇ ਗੁਰਦਾਸ ਮਾਨ, ਨੂਰਾਂ ਸਿਸਟਰਸ, ਜਗਜੀਤ ਸਿੰਘ, ਚਿਤਰਾ ਸਿੰਘ ਤੋਂ ਲੈ ਕੇ ਸਤਿੰਦਰ ਸਰਤਾਜ ਤੱਕ ਨੂੰ ਕੈਨੇਡਾ ਦੇ ਸਰੋਤਿਆਂ ਦੇ ਰੂਬਰੂ ਕਰਵਾਇਆ। ਉਹ ਸ਼ਖਸ ਨੇ ਇਕਬਾਲ महल, ਜਿਨ੍ਹਾਂ ਨੇ ਮੀਡੀਆ ਦੇ ਖੇਤਰ ਵਿੱਚ 50 ਸਾਲ ਪੂਰੇ ਕਰਨ ਤੇ ਆਪਣੇ ਇਸ ਸਫ਼ਰ ਵਿੱਚ ਸਾਥ ਦੇਣ ਵਾਲੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕਰਵਾਇਆ, ਜਿਸ ਵਿੱਚ ਇਕਬਾਲ महल ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਉੱਤੇ ਉਹਨਾਂ ਦੇ ਕਰੀਬੀਆਂ ਨੇ ਝਾਤ ਮਰਵਾਈ। ਇਸ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਉਹਨਾਂ ਦੇ ਕਰੀਬੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਸ਼ਾਮ ਨੂੰ ਸੰਗੀਤਮਈ ਕਰ ਦਿੱਤਾ। ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ ਸੋਲਾ ਨੇ ਸੱਚੀ ਗੱਲ ਲੱਗਾ ਕਹਿਣ ਜੀ, ਝੂਠਿਆਂ ਨੂੰ ਸਾਡਾ ਫੁਟਕਾਰਾ ਪੈਣ ਜੀ। ਫੁੱਟ ਚੋ ਬੁਰੋ ਖਿਆਲ ਰੱਖਿਓ, ਫੁੱਟ ਚੋ ਬੁਰੋ ਖਿਆਲ ਰੱਖਿਓ, ਕੀ ਨਾ ਬਗਾਨੀ ਨੂੰ ਕਦੇ ਵੀ ਟੱਕਿਓ। ਕੱਲੀ ਕੁੜੀ ਜਾਵੇ ਖੇਤ ਨਾਲ ਦੁਪਹਿਰ ਨੂੰ, ਕੱਲੀ ਕੁੜੀ ਜਾਵੇ ਖੇਤ ਨਾਲ ਦੁਪਹਿਰ ਨੂੰ, ਕਦੇ ਨਾ ਗਵਾਂਢੀ ਨਾਲ ਪਾਈਏ ਵੈਰ ਨੂੰ। ਧੀਵੀਂ ਤੋਂ ਲੁਕਾ ਕੇ ਜਿਹੜਾ ਭੇਦ ਰੱਖਦਾ, ਧੀਵੀਂ ਤੋਂ ਲੁਕਾ ਕੇ ਜਿਹੜਾ ਭੇਦ ਰੱਖਦਾ, ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ, ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ ਬਈ। ਬਾਰ ਪੇਕੇ ਜਿਹੜਾ ਜਾਣਾ ਚਾਹੁੰਦੀ ਏ, ਜਾਣੋ ਪੇਕੇ ਘਰ ਯਾਰ ਉਹ ਹੁਣਾਉਂਦੀ ਏ। ਮੋੜਾ ਦੇਖ ਲੋਕ ਗੱਭਰੂ ਜੋ ਤੱਕਦਾ, ਮੋੜਾ ਦੇਖ ਲੋਕ ਗੱਭਰੂ ਜੋ ਤੱਕਦਾ, ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ, ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ, ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ ਬਈ। ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਗੌਰ ਫਰਮਾਉਣਾ। 16ਵਾਂ ਬਰਾ ਲੱਗ ਜਾਵੇ ਕੁੜੀ ਨੂੰ, 16ਵਾਂ ਬਰਾ ਲੱਗ ਜਾਵੇ ਕੁੜੀ ਨੂੰ, ਰੱਖਣੀ ਨਜ਼ਰ ਉਹਦਾ ਪੈਂਦੀ ਬੁੜੀ ਨੂੰ। 16ਵਾਂ ਬਰਾ ਲੱਗ ਜਾਵੇ ਕੁੜੀ ਨੂੰ, ਰੱਖਣੀ ਨਜ਼ਰ ਉਹਦਾ ਪੈਂਦੀ ਬੁੜੀ ਨੂੰ। ਨੋ ਜਦੋਂ ਸੱਸ ਨੂੰ ਨਾ ਚਾਹੇ ਤੱਕਣਾ, ਨੋ ਜਦੋਂ ਸੱਸ ਨੂੰ ਨਾ ਚਾਹੇ ਤੱਕਣਾ, ਗੁਰੂ ਉਸਤਾਦ ਨੂੰ ਕਦੇ ਨਾ ਭੁੱਲੀਏ, ਗੁਰੂ ਉਸਤਾਦ ਨੂੰ ਕਦੇ ਨਾ ਭੁੱਲੀਏ, ਕਦੇ ਨਾ ਬਗਾਨੀ ਨਾਲ ਉੱਤੇ ਢੁੱਲੀਏ। ਗੁਰੂ ਉਸਤਾਦ ਨੂੰ ਕਦੇ ਨਾ ਭੁੱਲੀਏ, ਗੁਰੂ ਉਸਤਾਦ ਨੂੰ ਕਦੇ ਨਾ ਭੁੱਲੀਏ, ਕਦੇ ਨਾ ਬਗਾਨੀ ਨਾਲ ਉੱਤੇ ਢੁੱਲੀਏ। ਵੱਡਿਆਂ ਦੀ ਚਾਹੀਦੀ ਇੱਜ਼ਤ ਕਰਨੀ, ਵੱਡਿਆਂ ਦੀ ਚਾਹੀਦੀ ਇੱਜ਼ਤ ਕਰਨੀ, ਮਾਤਾ ਪਿਤਾ ਜੀ ਦੇ ਹੱਥ ਲਾਈਏ ਚਰਨੀ। ਕਦੇ ਨਾ ਸੁਣੀ ਜਾ ਕਿਸੇ ਕੋਲ ਝੁਕਦਾ, ਕਦੇ ਨਾ ਸੁਣੀ ਜਾ ਕਿਸੇ ਕੋਲ ਝੁਕਦਾ, ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ, ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ। ਸੋਹਣਾ ਨੇ ਸੱਚੀ ਗੱਲ ਲੱਗਾ ਕਹਿਣਾ, ਸਮਝੋ ਸ਼ਿਕਾਰ ਉਹ ਬਗਾਨੀ ਅੱਖਦਾ ਭਾਈ। ਬਹੁਤ ਬਹੁਤ ਸ਼ੁਕਰੀਆ ਭਾਈ। मता रोड छड़ी दूध कड़े मस
ਜਦ ਢਾ ਦੇ ਮੰਗਲ ਢਾ ਦੇ ਅਤੇ ਢਾ ਦੇ ਜੋ ਤੁਝ ਟਹਿੰਦਾ ਇੱਕ ਬੰਦਿਆਂ ਦਾ ਦਿਲ ਨਾ ਢਾਵੀਂ ਉਹ ਸੋਹਣਾ ਰੱਬ ਦੇ ਨਾਂ ਵਿੱਚ ਰਹਿੰਦਾ ਇਹਦਾ ਰੂਪ ਦਾ ਨੀ ਕਰਨਾ ਗੁਮਾਨ ਚਾਹੀਦਾ ਟੁੱਟੇ ਦਿਲਾਂ ਉਤੇ ਕਰਨਾ ਅਹਿਸਾਨ ਚਾਹੀਦਾ ਪੂਰਾ ਸੌਂਗ ਕਰਨਾ ਤਾਰੀਆਂ ਜੀ ਇਹਦਾ ਰੂਪ ਦਾ ਨੀ ਕਰਨਾ ਗੁਮਾਨ ਚਾਹੀਦਾ ਟੁੱਟੇ ਦਿਲਾਂ ਉਤੇ ਕਰਨਾ ਅਹਿਸਾਨ ਚਾਹੀਦਾ ਆਏ ਸੋਹਣੇ ਰੂਪ ਦਾ ਨੀ ਲੁਕਿਆ ਜ਼ਰੂਰ ਮੇਰੇ ਕੋਲੋਂ ਮੈਨੂੰ ਦੱਸ ਦਿਓ ਕੀ ਕਸੂਰ ਮੇਰੇ ਕੋਲੋਂ ਮੈਨੂੰ ਦੱਸ ਦਿਓ ਕੀ ਕਸੂਰ ਮੇਰੇ ਕੋਲੋਂ क्यों भूल गए हो कौन ते करार करके क्यों भूल गए हो कौन ते करार करके एक दुखी ने मन नाल प्यार करके एक दुखी ने मन नाल प्यार करके आज सुनो दुखा दी कहानी जरूर मेरे कोलों मैनू दस दिओ होया कि कसूर मेरे कोलों मैनू दस दिओ होया कि कसूर मेरे कोलों बेटा रुकदा हाय नवें यारां ते कदी ना इतबार करिए मैं एक गल दसांगा कि मैं गले च एक खास ढोल ना पाया ते लास्ट टाइम ਜਦੋਂ ਡੈਡੀ ਤਸ਼ਰੀਫ ਲਾਏ ਸਨ ਤੇ ਮਾਨ ਸਾਹਿਬ ਨੇ ਔਰ ਉਹਨਾਂ ਦੀ ਮਦਰ ਨੇ ਇਹ ਉਹਨਾਂ ਦੇ ਗਲੇ 'ਚ ਪਵਾਇਆ ਸੀ ਔਰ ਬਲੇਸਿੰਗ ਜੋ ਮੇਰੇ ਨਾਲ ਹੈ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਮੈਮਰੀ ਮੈਂ ਅੱਜ ਯਾਦ ਕਰਵਾ ਰਿਹਾ ਸੀ ਆਏ ਨਵੇਂ ਯਾਰਾਂ ਤੇ ਕਦੀ ਨਾ ਇੰਤਜ਼ਾਰ ਕਰੀਏ ਮਰ ਜਾਈਏ ਜਿੱਥੇ ਇੱਕ ਵਾਰੀ ਪਿਆਰ ਕਰੀਏ ਮਰ ਜਾਈਏ ਜਿੱਥੇ ਇੱਕ ਵਾਰੀ ਪਿਆਰ ਕਰੀਏ ऐसे आ जाता ने चुका जाता तंदूर मेरे कोलों मैनू दस दे होया कि कसूर मेरे कोलों 1 ਜੁਲਾਈ 1946 ਨੂੰ ਪੰਜਾਬ ਦੇ ਲੰਗੇੜੀ ਪਿੰਡ ਦੇ ਜੰਪਾਲ ਇਕਬਾਲ ਮਾਹਲ ਨੇ ਆਪਣੇ ਅਲੜਪੁਣੇ ਦੇ ਦਿਨ ਇੰਗਲੈਂਡ ਦੇ ਵਿੱਚ ਬਿਤਾਏ ਨੇ 1960 ਦੇ ਦੌਰ ਵਿੱਚ ਉਹਨਾਂ ਦੀ ਸੰਗੀਤ ਪ੍ਰਤੀ ਰੁਚੀ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ 1968 ਵਿੱਚ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਆ ਕੇ ਵਸ ਗਏ ਪੰਜਾਬੀ ਜ਼ੁਬਾਨ ਦੇ ਪ੍ਰਸ਼ੰਸਕ ਅਤੇ ਕੈਨੇਡਾ ਵਿੱਚ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਵਿੱਚ ਇਕਬਾਲ ਮਾਹਲ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ ਉਹਨਾਂ ਨੇ 1976 ਵਿੱਚ ਪੰਜਾਬ ਦੀ ਆਵਾਜ਼ ਨਾਮ ਦਾ ਰੇਡੀਓ ਸ਼ੋਅ ਸ਼ੁਰੂ ਕੀਤਾ ਸੀ ਤੇ ਇਸ ਤੋਂ ਕੁਝ ਸਮੇਂ ਬਾਅਦ ਉਹਨਾਂ ਨੇ 1981 ਵਿੱਚ ਨਾਰਥ ਅਮਰੀਕਾ ਦਾ ਪਹਿਲਾ ਪੰਜਾਬੀ ਟੀਵੀ ਸ਼ੋਅ ਲਾਂਚ ਕੀਤਾ ਜਿਸ ਦਾ ਨਾਮ ਸੀ ਵਿਜ਼ਨ ਆਫ ਪੰਜਾਬ ਇਹ ਉਹ ਸਮਾਂ ਸੀ ਜਦ ਪੰਜਾਬੀ ਜ਼ੁਬਾਨ ਵਿੱਚ ਪ੍ਰੋਗਰਾਮ ਕਰਨ ਲਈ ਤੁਹਾਨੂੰ ਆਪਣੇ ਪੱਲਿਓਂ ਪੈਸੇ ਲਗਾਉਣੇ ਪੈਂਦੇ ਸੀ ਤੇ ਮਾਹਲ ਨੇ ਬਿਨਾਂ ਨਫਾ ਨੁਕਸਾਨ ਦੇਖੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਸਿਰਫ ਮਾਂ ਬੋਲੀ ਹੀ ਨਹੀਂ ਉਹਨਾਂ ਨੇ ਸੰਗੀਤ ਪ੍ਰਤੀ ਆਪਣੀ ਰੁਚੀ ਨੂੰ ਵੀ ਬਰਕਰਾਰ ਰੱਖਿਆ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਕੈਨੇਡਾ ਦੀ ਧਰਤੀ ਤੇ ਪਲੇਟਫਾਰਮ ਮੁਹੱਈਆ ਕਰਵਾਇਆ ਇਕਬਾਲ ਮਾਹਲ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਦੇ ਉੱਤਰੀ ਅਮਰੀਕਾ ਦੇ ਰਸੂਖਦਾਰ ਪ੍ਰਮੋਟਰਸ ਦੇ ਵਿੱਚੋਂ ਇੱਕ ਨੇ ਉਹਨਾਂ ਨੇ 1972 ਵਿੱਚ ਲਾਈਵ ਸ਼ੋਅ ਪ੍ਰਮੋਟ ਕਰਨੇ ਸ਼ੁਰੂ ਕੀਤੇ ਸੀ ਜਿਸ ਤਹਿਤ ਕੈਨੇਡਾ ਦੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਸਨਮੁਖ ਉਹਨਾਂ ਨੇ ਜਗਜੀਤ ਸਿੰਘ चित्रा सिंह, गुरदास मान, डॉक्टर सतिंदर सरताश ते नूरा सिस्टर्स वर्गे कलाकारां नूं पेश कीता। उन्हां ने लोकल कलाकारां नूं भी प्लेटफॉर्म मुहैया करवाया। इस दे नाल ही उन्हां दा पाकिस्तानी फनकारां दे नाल भी असीम प्यार दा रिश्ता रहा है। उत्थे ही उन्हां ने नवे कलाकारां नूं ना सिर्फ प्रेरित किया बल्कि उन्हां दे शो करवा के लैंदे ते चढ़दे पंजाब नूं संगीत राहीं एक करन दी कोशिश भी की। इकबाल महल दी किताब सुरां दे सौदागर नूं भी काफी पसंद किया गया है। इकबाल महल कैनेडा विच पहले भारतीय संगीत मुहैया करवाउण वाले शख्सियत ने। ओह 35 डिस्क, सीडी ते टेप दे प्रोड्यूसर ने
ਇਸ ਤੋਂ ਇਲਾਵਾ ਉਹਨਾਂ ਨੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਸਿੱਖ ਕਿਡਜ਼ ਹਸਪੀਟਲ ਤੇ ਵਿਲੀਅਮ ਔਸਲਰ ਹਸਪੀਟਲ ਲਈ ਫੰਡ ਇਕੱਠਾ ਕਰਨ ਲਈ ਕਈ ਸਮਾਰੋਹਾਂ ਵਿੱਚ ਹਿੱਸਾ ਲਿਆ। ਇਕਬਾਲ ਮਾਹਲ ਦੇ ਇਸ ਸਫ਼ਰ ਦੌਰਾਨ ਉਹਨਾਂ ਨੂੰ ਵੱਖ-ਵੱਖ ਸਨਮਾਨਾਂ ਨਾਲ ਵੀ ਨਵਾਜ਼ਿਆ ਗਿਆ, ਜਿਸ ਵਿੱਚ 1980 ਵਿੱਚ ਉਹਨਾਂ ਨੂੰ ਦਿੱਲੀ ਵਿੱਚ ਪੰਜਾਬੀ ਕਲਾ ਕੇਂਦਰ ਅਵਾਰਡ, ਪੰਜਾਬੀ ਸੰਗੀਤ ਨਾਟਕ ਅਕੈਡਮੀ, ਪ੍ਰੋਫੈਸਰ ਮੋਹਨ ਸਿੰਘ ਅਵਾਰਡ, ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਐਸੋਸੀਏਸ਼ਨ, ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ, ਪੰਜਾਬੀ ਸੱਥ ਨਿਊਜ਼ੀਲੈਂਡ, ਬੁੱਲੇ ਸ਼ਾਹ ਅਵਾਰਡ, ਓਨਟਾਰੀਓ ਲੈਫਟੀਨੈਂਟ ਗਵਰਨਰ ਜਨਰਲ ਅਵਾਰਡ, ਪੰਜਾਬੀ ਖੋਜਗੜ੍ਹ ਅਵਾਰਡ ਪਾਕਿਸਤਾਨ ਤੇ 2018 ਵਿੱਚ ਮਿਲੇ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਅਵਾਰਡ ਸਮੇਤ ਲਗਭਗ 21 ਅਵਾਰਡ ਆਪਣੀ ਝੋਲੀ ਵਿੱਚ ਪਾ ਚੁੱਕੇ ਨੇ। ਬੀਤੇ ਦਿਨੀ ਆਪਣੇ 50 ਸਾਲ ਦੇ ਸਫ਼ਰ ਤੇ ਝਾਤ ਮਾਰਦਿਆਂ ਇਕਬਾਲ ਮਾਹਲ ਨੇ ਸਮੂਹ ਦੋਸਤਾਂ ਮਿੱਤਰਾਂ ਦਾ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਵਿੱਚ ਸਾਥ ਦੇਣ ਲਈ ਖਾਸ ਤੌਰ ਤੇ ਧੰਨਵਾਦ ਕੀਤਾ। ਉਮੀਦ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦਾ ਇਹ ਸਿਰਮੌਰ ਸਿਤਾਰਾ ਹਮੇਸ਼ਾ ਪੰਜਾਬੀ ਜ਼ੁਬਾਨ ਅਤੇ ਸੰਗੀਤ ਦੀ ਇੰਝ ਹੀ ਸੇਵਾ ਕਰਦਾ ਰਹੇ। ਪੌਣੀ ਸਦੀ ਦਾ ਹੋ ਗਿਆ ਇਕਬਾਲ ਮਾਹਲ, 1 ਜੁਲਾਈ ਨੂੰ ਫੇਲ ਐਂਡ ਹੈਲਦੀ, ਤੇ ਅੱਧੀ ਸਦੀ ਉਸਨੇ ਸਾਡੀ ਬੋਲੀ ਦੀ ਖਾਤਰ, ਸਾਡੇ ਲੋਕਾਂ ਦੀ ਖਾਤਰ, ਸਾਡੇ ਸਮਾਜ ਦੀ ਖਾਤਰ ਲਾ ਦਿੱਤੀ। ਗੇਲਾਂ ਵਾਲਾ ਮਾਲ, ਜਦੋਂ ਗੇਲੇ ਦੀਆਂ ਮਾਲਾਂ ਵਾਲਾ ਮਾਲ, ਗੇਲੇ ਦੀਆਂ ਮਾਲਾਂ, ਗੇਲੇ ਦੀਆਂ ਮਾਲਾਂ ਵਾਲਾ ਮਾਲ ਜਦੋਂ ਬੜੀ ਅਲੜ ਤੇ ਲੂਈ ਦੀ ਉਮਰ ਦੇ ਵਿੱਚ ਪਿੰਡ ਛੱਡ ਕੇ ਵਲਾਇਤ ਵੱਲ ਨੂੰ ਤੁਰਿਆ, ਤੇ ਉਹ ਦੱਸਦਾ ਹੈ ਕਿ ਉਹਨੂੰ ਇਹ ਮਸਤ ਚਾਸਤੇ ਸੀ ਕੁਛ ਪੰਜਾਬੀ ਪੋਇਟਰੀ ਦੀ, ਮਾੜਾ ਮੋਟਾ ਲਿਖਣ ਦੀ। ਤੇ ਮਾਲ ਸਾਹਿਬ ਵੀ ਦੱਸਦੇ ਨੇ ਕਿ ਉਸ ਸਮੇਂ ਦੇ ਵਿੱਚ ਜਿਸ ਕੁੜੀ ਨੂੰ ਉਹਨਾਂ ਨੇ ਚਾਹਿਆ ਉਸ ਦੇ ਨਾਂ ਤੇ ਆਪਣਾ ਕੋਈ ਤਖੱਲਸ ਵੀ ਰੱਖਿਆ। ਗੱਲਾਂ ਆਪਾਂ ਥੋੜ੍ਹੀਆਂ ਜਿਹੀਆਂ ਖੁੱਲੀਆਂ ਵੀ ਕਰ ਲੈਣੀਆਂ ਨੇ ਅੱਜ, ਕਿਉਂਕਿ ਪਰਦੇਦਾਰੀਆਂ ਨਹੀਂ। ਮਾਲ ਇੱਕ ਖੁੱਲੀ ਕਿਤਾਬ ਹੈ। ਜੇ ਕਿਸੇ ਨੇ ਹੋਰ ਮਾਲ ਨੂੰ ਜਾਣਾ ਹੋਵੇ ਤੇ ਡੌਗੀ ਟੇਲ ਪੜ੍ਹ ਲਿਓ, ਫਿਰ ਸਾਰਾ ਕੁਝ ਹੀ ਚਾਨਣ ਹੋ ਜਾਏਗਾ। ਇਕਬਾਲ ਭਾਜੀ ਦਾ ਮੈਂ ਪ੍ਰਸ਼ੰਸਕ ਤੇ ਸਾਂ, ਪਰ ਰੋਟੀ ਰੋਜ਼ੀ ਦੀ ਭਾਲ ਦੇ ਵਿੱਚ ਆਪਾਂ ਆਪਣੇ ਜੀਵਨ ਵਿੱਚ ਇੰਨੇ ਮਸਰੂਫ ਸਾਂ ਕਿ ਪਹਿਲੀ ਵਾਰ ਮੈਨੂੰ ਪਤਾ, ਮੈਂ ਨਿਊ ਮਾਰਕੀਟ ਦੇ ਨਾਰਥ ਈਸਟ ਵੱਲ ਇੱਕ ਛੋਟਾ ਜਿਹਾ 100 ਘਰਾਂ ਦਾ ਇੱਕ ਪਿੰਡ ਹੈ ਸ਼ੇਰਨ, ਉੱਥੇ ਮੈਂ ਰਹਿੰਦਾ ਸਾਂ। ਤੇ ਮੈਨੂੰ ਪਤਾ ਲੱਗਾ ਕਿ ਇਕਬਾਲ ਮਾਹਲ ਨਾਮੀ ਇੱਕ ਵਿਅਕਤੀ ਹੈ, ਉਹ ਸੁਰਿੰਦਰ ਕੌਰ ਤੇ ਜਗਜੀਤ ਸਿੰਘ ਜੇਰਵੀ ਨੂੰ ਲੈ ਕੇ ਆਇਆ ਤੇ ਸੈਨਿਕਾ ਕਾਲਜ ਦੇ ਪ੍ਰੋਗਰਾਮ 'ਚ ਮੈਂ 12 ਘੰਟੇ ਕੰਮ ਕਰਕੇ ਟੋਰਾਂਟੋ ਤੋਂ ਉੱਥੇ ਗਿਆ ਤੇ ਉੱਥੋਂ ਵਾਪਸ ਆਇਆ ਤੇ ਪਹਿਲੀ ਵਾਰੀ ਮੈਂ ਇਹਨਾਂ ਨੂੰ ਦੇਖਿਆ। 30-32 ਵਾਰੀ ਪਹਿਲਾਂ ਜਦ ਮੈਂ ਬਰੈਂਪਟਨ ਦੇ ਵਿੱਚ ਮੂਵ ਹੋ ਗਿਆ ਟੋਰਾਂਟੋ ਤੋਂ, ਤੇ ਫਿਰ ਸਾਡਾ ਅਕਸਰ ਮਿਲਣਾ ਜੁਲਣਾ ਸ਼ੁਰੂ ਹੋ ਗਿਆ ਤੇ ਅਸੀਂ ਬਹੁਤ ਹੀ ਇੱਕ ਦੂਜੇ ਦੇ ਕਰੀਬ ਹੋ ਗਏ। ਹੁਣ ਤਕਰੀਬਨ ਹਫ਼ਤੇ ਦੇ ਵਿੱਚ 2 ਵਾਰੀ ਨਹੀਂ ਤੇ 1 ਵਾਰ ਅਸੀਂ ਜ਼ਰੂਰ ਮਿਲਦੇ ਹਾਂ। ਇੱਕ ਦੂਜੇ ਦੇ ਦੁੱਖ ਸੁੱਖ ਦੀ ਸਾਂਝੀ। ਇਕਬਾਲ ਦੀ ਜ਼ਿੰਦਗੀ ਦੇ ਬਹੁਤ ਸਾਰੇ ਇਹੋ ਜਿਹੇ ਪਹਿਲੂ ਨੇ। ਵੈਸੇ ਤਾਂ ਤੁਸੀਂ ਸਾਰੇ ਉਸ ਦਾ ਪਰਿਵਾਰ ਹੀ ਹੋ। ਇੱਕ ਅਗਾਹ ਤੇ ਅਥਾਹ ਬ੍ਰਹਿਮੰਡ ਦੇ ਵਿੱਚ ਜੋ ਮਨੁੱਖ ਦੀ ਇੱਕ ਹੋਂਦ ਹੈ, ਇਟ ਜਸਟ ਇੱਕ ਪਾਰਟੀਕਲ ਅੰਸ਼ ਆ ਸਿਰਫ। ਉਹਦੇ ਵਿੱਚ ਮਨੁੱਖ ਦੀ, ਵੈਸੇ ਤੇ ਕਹਿੰਦੇ ਨੇ ਇਸ ਪਲਾਨਟ ਦੀ ਉਮਰ ਜਿਹੜੀ ਹੈ 4.5 ਬਿਲੀਅਨ ਸਾਲ ਹੈ, ਤੇ ਜੇ ਮਨੁੱਖ ਪੂਰਾ ਜੀਵਨ ਵੀ ਜੀ ਜਾਵੇ 100 ਵਰੇ ਵੀ, ਤੇ ਫਿਰ ਵੀ ਉਹਦਾ ਕੀ ਅਰਥ ਹੈ। ਪਰ ਬਹੁਤ ਸਾਰੇ ਮਨੁੱਖ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਕਰ ਜਾਂਦੇ ਨੇ। ਇਕਬਾਲ ਮਾਹਲ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹੇ, ਪਰ ਜਿਸ ਦਿਨ ਤੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਭੈਣ ਜੀ ਮਨਜੀਤ ਮਾਹਲ ਆ ਗਏ, ਫਿਰ ਤੇ ਮੈਂ ਸਮਝਦਾ ਉਹਨਾਂ ਨੇ ਦਰਵਾਜ਼ਾ ਲਾਇਆ ਹੀ ਨਹੀਂ ਕਰਨਾ। ਜੇ ਉਹਨਾਂ ਨੇ ਰੱਜ ਕੇ ਜੀਵਿਆ, ਰੱਜ ਕੇ ਹੱਸਿਆ, ਰੱਜ ਕੇ ਖੇਡਿਆ, ਤਾਂ ਭੈਣ ਜੀ ਮਨਜੀਤ ਦੇ ਆਉਣ ਤੋਂ ਬਾਅਦ ਸੀ। ਤੇ ਫਿਰ ਉਹਨਾਂ ਦੀ ਬੇਟੀ ਨਤਾਸ਼ਾ ਆ ਗਈ, ਤੇ ਜਿਵੇਂ ਉਹਨਾਂ ਦਾ ਜਿਹੜੀ ਜ਼ਿੰਦਗੀ ਸੀ ਉਹ ਸੰਪੂਰਨ ਹੋ ਗਈ ਉਹਨਾਂ ਦੀ ਫੈਮਿਲੀ।
ਮਾਲਸਾ ਬਹੁਤ ਇਮੋਸ਼ਨਲ ਵੀ ਨੇ, ਸ਼ਾਇਦ ਸਾਰਿਆਂ ਨੂੰ ਇਹ ਗੱਲ ਨਾ ਪਤਾ ਹੋਵੇ। ਉਹਨਾਂ ਦਾ ਹਿਰਦਾ ਬੜਾ ਸੌਫਟ ਹੈ, ਬੜਾ ਕੋਮਲ ਹੈ। वो कौन, उर्दू का एक शेर है कि कौन कहता है कि संग दिल की आंखों में आंसू नहीं होते। अरे कौन कहता है कि संग दिल की आंखों में आंसू नहीं होते, मैंने तो दरिया को पहाड़ों में बहते देखा है। जदों कोई गलत चीज देखदा इकबाल महल कई बार इन्नी जरूरत नहीं करता कि उठ के ललकारा मार के उन्होंने कह दे कि बह जा तू गलत है, पर उसकी अखां विच अथरू जरूर आ जाते हैं। तो उसका वो अपना ढंग है, एक नवेकला ढंग है उस चीज़ को कंडैम करना कि मैं भाई तेरे नाल एग्री नहीं हाँ। माल साहब ने जिंदगी के बहुत रंग देखे ने। ब्रैम्पटन दे विच जिहड़ियां 5 पहले परिवार आके वसे उन्हां विचों एक इकबाल महल भी सी। ते अज ते मेरा ख्याल है एक स्टेट ते असीं हज़ारां की गिणती विच हाँ। माल साहब के पिता जी अंकल जी रणजीत सिंह जी माहल अंटारियो खालसा दरबार डिक्सी रोड गुरुद्वारे दे जो पहले 5 फाउंडर मैंबर सन उन्हां दे विचों एक सन। उन्हां दे विचों सारे चल वसे ने, एक ने सरदार अवतार सिंह जी भोगल, वो बिरध हो चुके ने, वो है ये देन है इन्हां दी गुरु घरां नूं। इकबाल माल जिन्ना लुधियाने चंडीगढ़ ते अमृतसर इसकी जान पछाण है, उन्नी ही लाहौर दे विच है, वाघो पार भी। उत्थे भी लोग उवें उड़ीकदे ने जिवें असीं उड़ीकदे हाँ। इवें ही लोग इन्हां नूं लैस्टर दे विच कैलगरी दे विच हुणे जाके आए ने, वैनकूवर दे विच, यू नेम इट, दुनिया दे 7 महादीपां दे विचों 6 महादीपां दे विच इन्हां दा नाम है, लोग इन्हां नूं जाणदे ने। 7वें महादीप च आबादी नहीं है, नहीं तो लोगों ने उत्थे भी इन्हों जानना सी। असीं अरदास करते हैं कि परमात्मा इन्हों चंगी सेहत ते लंबी उम्र बख्शे। हर रुत का एक अंत होंदा है, हर ब्लॉजम जिहड़ी है कली खिड़ी है उसने भी एक दिन मुड़ जाना है। हर किताब का एक अंतला चैप्टर ते अंतला पेज होंदा है ते सियाणे लोग अपने आप ही उस किताब के उस पढ़ के अंतले पेज में समेट के उस किताब में साम के रखते हैं। पर कि इत्थे जीवन की गल जिहड़ी है वो खत्म हो गई नहीं, हले उन्होंने मन दे विच बड़ा चाव है। उन्होंने समाज लिए काम करना है, उन्होंने दुनिया दे विच विचरना है। उन्होंने मन की एक तमन्ना है कि वो बार बार लाहौर जान, बार बार लाहौर जान, हिंदुस्तान के बाकी हिस्सों के विच। तो असीं अरदास करते हैं कि उन्होंने तंदुरुस्ती बनी रहे, वो इस तरह जिहड़ा उन्होंने अगला सफ़र है, अगले 25 साल है, उसनूं संपूर्ण करन। अज मेरे वास्ते इन्नी कुछ खुशी का मौका है कि मैं अपनी जिंदगी के 56 सालों के विचों 48 साल तो रेडियो और टीवी के नाल मुंसलिक हाँ। मैं जो कैनेडा आया तो कैनेडा दे विच मेरी खुशकिस्मती सी कि मैनू इस सरदार हरजीत सिंह पाबला, प्रोफैसर परमजीत सिंह जी और उन्होंने दे विच एक दरख्शां और सूरज की तरह चमकदा नाम इकबाल महल साहब। मैं कुरान की तिलावत का तज़किरा इस करके किया को मेरे खून दे विच शामिल सी, मेरे खानदान की तरबियत सी। लेकिन मैं अपने आप को बहुत खुशकिस्मत तसव्वुर करदा वां कि मेरी इकबाल महल साहब के नाल एक म्यूजिक का तो एक ताल्लुक सी कि उन्होंने मेरे नाल शफकत की थी और मैनू इस काबिल समझिया, अपने जेरे साया रखिया। लेकिन उस तो इलावा मेरी जदों भी इन्हां दे नाल कोई अदबी गुफ्तगू होंदी सी ते इन्हां दी जुबान तो मैं हमेशा गुरु ग्रंथ साहब का प्रचार सुनिया। मैं गुरु ग्रंथ साहब की तिलावत जिहड़ी सी वो इन्हां कोलों सीखी, इहदा सेरा सिर्फ इन्हां दे सिरे। और मेरे वास्ते इंतहाई काबिल फ़ख्र गल है कि सतिंदर सरताज जिहा एक अननोन एक पंजाबी लोक गीत गाने वाला एक सहराई शख्स, उस शख्स नूं इस पूरी दुनिया दे विच मुतारफ करा के और उन्होंने एक हीरे की तरह तराश के इस पूरी दुनिया की धरती के उत्ते आने जिहदा नाम इकबाल महल है।
ਮੈਂ ਵਿਨਿਪੈਗ ਸੀ ਜੀ, ਅਸੀਂ ਵਿਨਿਪੈਗ ਦੇ ਵਿੱਚ ਸਾਂ। ਵਿਨਿਪੈਗ ਦੇ ਵਿੱਚ ਜਦੋਂ ਰਾਤੀ ਕਨਸਰਟ ਹੋਇਆ ਤੇ ਉੱਥੇ ਦੀ ਰਿਵਾਜ ਹੈ ਕਿ ਉੱਥੇ ਰਾਤ ਨੂੰ ਜਿਹੜਾ ਆਰਟਿਸਟ ਪਰਫਾਰਮ ਕਰਦਾ ਉਹ ਸਵੇਰੇ ਗੁਰੂ ਘਰ ਦੇ ਵਿੱਚ ਵੀ ਸੇਵਾ ਕਰਦਾ ਹੈ। ਤੇ ਹੁਣ ਮੈਂ ਤੇ ਸਤਿੰਦਰ ਸਰਤਾਜ ਅਸੀਂ ਇੱਕ ਕਮਰੇ ਦੇ ਵਿੱਚ ਹਾਂ ਤੇ ਇਕਬਾਲ ਮਾਹਲ ਸਾਹਿਬ ਨੇ ਆ ਕੇ ਕਿਹਾ ਕਿ ਸਵੇਰੇ 7 ਵਜੇ ਉੱਠ ਜਾਣਾ, ਗੁਰੂ ਘਰ ਜਾਣਾ, ਉੱਥੇ ਸੇਵਾ ਕਰਨੀ। ਤੇ ਸਤਿੰਦਰ ਸਰਤਾਜ ਨੇ ਬੜੇ ਭੋਲਪਨ ਦੇ ਨਾਲ ਕਿਹਾ ਕਿ ਜੀ ਉੱਥੇ ਮੈਂ ਕੀ ਸੇਵਾ ਕਰਨੀ। ਉਹਨਾਂ ਨੇ ਕਿਹਾ ਸੇਵਾ ਕੀ ਕਰਨੀ, ਤੂੰ ਉੱਥੇ ਸ਼ਬਦ ਪੜ੍ਹਨਾ। ਕਹਿੰਦੇ ਜੀ ਮੈਨੂੰ ਤਾਂ ਸ਼ਬਦ ਨਹੀਂ ਆਉਂਦਾ। ਅੱਛਾ, ਜਦੋਂ ਉਹਨੇ ਇਹ ਗੱਲ ਕਹੀ ਤੇ ਮੈਂ ਉੱਠ ਕੇ ਬਹਿ ਗਿਆ। ਮੈਂ ਕਿਹਾ ਵੀ ਇਹ ਕੀ ਹੋ ਗਿਆ ਕਿ ਇਹ ਹੁਣ ਕੀ ਬਣੇਗਾ, ਕਿਉਂਕਿ ਜਿਹੜੀ ਸਾਰੀ ਆਡੀਅנס ਸੰਗਤ ਜਿਹੜੀ ਰਾਤੀ ਇਕੱਠੀ ਸੀ ਹਾਲ ਦੇ ਵਿੱਚ, ਸੋਲਡ ਆਊਟ ਕਨਸਰਟ ਸੀ। ਤੇ ਮੈਂ ਦੇਖਿਆ ਤੇ ਭਾਜੀ ਦੇ ਮੱਥੇ ਦੇ ਉੱਤੇ ਥੋੜ੍ਹੀ ਜਿਹੀ ਪਰੇਸ਼ਾਨੀ ਆਈ ਕਿ ਯਾਰ ਤੂੰ ਮਤਲਬ ਇੰਨਾ ਵੱਡਾ ਹੋ ਗਿਆ, ਤੈਨੂੰ ਕੋਈ ਸ਼ਬਦ ਹੀ ਨਹੀਂ ਯਾਦ ਹੈਗਾ। ਉਹ ਕਹਿੰਦਾ ਜੀ ਨਹੀਂ ਮੈਨੂੰ ਨਹੀਂ ਯਾਦ ਹੈਗਾ। ਭਾਜੀ ਕਹਿੰਦੇ ਨੇ ਹੁਣ ਕੀ ਕਰੀਏ। ਮੈਂ ਕਿਹਾ ਭਾਜੀ ਘਬਰਾਉਣਾ ਨਹੀਂ। ਕਹਿੰਦੇ ਕੀ ਮਤਲਬ। ਮੈਂ ਕਿਹਾ ਜੀ ਅਗਰ ਤੁਸੀਂ ਇਜਾਜ਼ਤ ਦਿਓਗੇ ਤਾਂ ਮੈਂ ਸੇਵਾ ਕਰ ਦਿਆਂਗਾ, ਮੈਂ ਤਿਲਾਵਤ ਕਰ ਦਿਆਂਗਾ ਗ੍ਰੰਥ ਸਾਹਿਬ ਦੀ। ਤੇ ਮੇਰੇ ਦੇਖਣ ਲੱਗ ਪਏ, ਕਹਿੰਦੇ ਉਹ ਤੈਨੂੰ ਕੋਈ ਯਾਦ ਵੀ ਹੈ। ਮੈਂ ਕਿਹਾ ਜੀ ਭਾਜੀ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਕਹਿ ਦਿੱਤੀ ਹੈ ਤੇ ਹੁਣ ਉੱਥੇ ਮੈਂ ਜੁੱਤੀਆਂ ਤਾਂ ਨਹੀਂ ਖਾਣੀਆਂ ਤੇ ਮੈਂ ਕੁਝ ਕਰਾਂਗਾ ਹੀ ਉੱਥੇ ਜਾ ਕੇ। ਲਓ ਜੀ ਅਸੀਂ ਸਰਦੀਆਂ ਦੇ ਦਿਨ ਔਰ ਬਰਫਾਂ ਦੇ ਵਿੱਚ ਉੱਥੇ ਸੰਗਤ ਬਾਹਰ ਮੈਨੂੰ ਕਹਿੰਦੇ ਨੇ ਦੇਖ ਲੈ ਹਜੇ ਵੀ ਟਾਈਮ ਹੈ। ਮੈਂ ਕਿਹਾ ਭਾਜੀ ਹੁਣ ਤੇ ਬਾਬਾ ਜੀ ਦੇ ਦਰ ਤੇ ਆ ਗਏ ਆ, ਹੁਣ ਦੇਖੀ ਜਾਏਗੀ ਜੋ ਹੋਏਗਾ। ਕਿੱਸਾ ਮੁਖਤਸਰ ਹੈ ਕਿ ਇਹਨਾਂ ਨੇ ਉੱਥੇ ਮੇਰਾ ਤਾਰਫ ਕਰਵਾਇਆ, ਕਿਉਂਕਿ ਮੈਂ ਸੈਯਦ ਫੈਮਿਲੀ ਤੋਂ ਬਿਲੋਂਗ ਕਰਦਾ। ਮੇਰਾ ਨਾਮ ਨਦੀਮ ਸ਼ਾਹ ਆਮ ਤੌਰ 'ਤੇ ਲੋਕ ਜਾਣਦੇ ਨੇ। ਇਹਨਾਂ ਨੇ ਕਿਹਾ ਕਿ ਬਾਬਾ ਬੁੱਲੇ ਸ਼ਾਹ ਸਾਹਿਬ ਦੀ ਫੈਮਿਲੀ ਤੋਂ ਔਰ ਸ਼ਾਹ ਹੁਸੈਨ ਦੀ ਫੈਮਿਲੀ ਤੋਂ ਜਿਹੜਾ ਉਹ ਬਿਲੋਂਗ ਕਰਦੇ ਨੇ ਤਾਂ ਅੱਜ ਸੇਵਾ ਕਰਨਗੇ ਨਦੀਮ ਸ਼ਾਹ। ਲਓ ਜੀ ਉੱਥੇ ਨਾਰੇ ਵੱਜਣ ਲੱਗ ਪਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਵੀ ਇਹ ਮਤਲਬ ਹੈ ਕਿ ਕੋਈ ਪਾਕਿਸਤਾਨੀ ਤੇ ਨਦੀਮ ਸ਼ਾਹ ਨਾ ਹੈ, ਅੱਜ ਪਤਾ ਨਹੀਂ ਕੀ ਕਰੇਗਾ। ਕਿੱਸਾ ਮੁਖਤਸਰ ਹੈ ਕਿ ਉਹ ਮੇਰੀ ਜਿਹੜੀ ਤਰਬੀਅਤ ਮੇਰੇ ਵਾਲਿਦ ਦੀ ਸੀ ਤਿਲਾਵਤ ਦੀ, ਮੈਂ ਬਾਬਾ ਜੀ ਨੂੰ ਜਿਹੜੀ ਉਹਨਾਂ ਦੇ ਦਿਲ 'ਚ ਮੇਰੀ ਅਕੀਦਤ ਮੇਰੇ ਉਸਤਾਦ ਤਾਰਿਕ ਖਾਨ ਸਾਹਿਬ ਨੇ ਪਾਈ ਸੀ, ਜਿਹੜਾ ਵੀ ਇਹਨਾਂ ਨੇ ਬੋਇਆ ਸੀ, ਜਿਹੜੀ ਇਹਨਾਂ ਨੇ ਮੁਹੱਬਤ ਔਰ ਪ੍ਰਚਾਰ ਕੀਤਾ, ਸਰਦਾਰ ਹਰਜੀਤ ਸਿੰਘ ਬਾਬਲਾ ਸਾਹਿਬ, ਪ੍ਰੋਫੈਸਰ ਪਰਮਜੀਤ ਸਿੰਘ ਜੀ। ਤੇ ਮੈਂ ਉੱਥੇ ਫਤਿਹ ਬੁਲਾਈ ਔਰ ਉਸ ਤੋਂ ਬਾਅਦ ਮੈਂ ਸ਼ਬਦ ਸ਼ੁਰੂ ਕਰਤਾ। ਤੇ ਰਾਗ ਤੁਖਾਰੀ ਦਾ ਸ਼ਬਦ ਸੀ, ਸਾਜਨ ਦੇਸ਼ ਵਿਦੇਸ਼ ਜਿਹੜੇ। ਮੇਰੇ ਨਾਲ ਇੱਕ ਭਾਜੀ ਤਬਲੇ ਦੇ ਉੱਤੇ ਸਨ ਤੇ ਸਤਿੰਦਰ ਸਰਤਾਜ ਜੀ ਮੇਰੇ ਨਾਲ ਵਾਜੇ ਤੇ ਬਹਿ ਗਏ ਤੇ ਵਾਜਾ ਉਹਨਾਂ ਨੇ ਇਹੋ ਜਿਹਾ ਹੀ ਵਜਾਇਆ ਕਿ ਮੈਨੂੰ ਵੀ ਨਹੀਂ ਪਤਾ ਲੱਗਿਆ ਕੀ ਵਜਾਇਆ। ਲੇਕਿਨ ਚੂँकि ਮੇਰੀ ਆਦਤ ਜਿਹੜੀ ਸੀ, ਪ੍ਰੈਕਟਿਸ ਸੀ, ਉਹ ਉਸ ਕਿਰਤ ਦੀ ਸੀ, ਤਿਲਾਵਤ ਦੀ। ਮੈਂ ਅੱਖਾਂ ਨੂਟ ਕੇ ਮੈਂ ਉਹ ਸ਼ਬਦ ਪੜ੍ਹਿਆ। ਉਸ ਤੋਂ ਬਾਅਦ ਮੈਂ ਕੁਝ ਸ਼ਲੋਕ ਪੜ੍ਹੇ ਔਰ ਪੜ੍ਹ ਕੇ ਤੇ ਸਾਰੀ ਸੰਗਤ ਨੇ ਮੈਨੂੰ ਗੱਲ ਨਾਲ ਲਾਇਆ, ਉਹਨਾਂ ਨੇ ਬਹੁਤ ਪਿਆਰ ਕੀਤਾ। ਔਰ ਇਹ ਸਿਰਫ ਬਦੌਲਤ ਇਹ ਸੀ ਕਿ ਇਕਬਾਲ ਮਾਹਲ ਸਾਹਿਬ ਇੱਕ ਐਸੀ ਸ਼ਖਸੀਅਤ ਨੇ ਕਿ ਜਿਹੜੀ ਪੱਥਰ ਨੂੰ ਵੀ ਅਗਰ ਮਸ ਕਰ ਦੇਣ ਤੇ ਉਹ ਸੋਨਾ ਬਣ ਜਾਂਦੀ। ਔਰ ਮੈਂ ਇਸ ਮੁਲਕ ਦੇ ਵਿੱਚ ਇਕੱਲਾ ਆਇਆ ਸਾਂ 21 ਸਾਲ ਪਹਿਲੇ। ਮੈਨੂੰ ਅਗਰ ਕੋਈ ਪਿਆਰ ਇੱਕ ਫੈਮਿਲੀ ਦਾ ਔਰ ਇੱਕ ਘਰ ਦਾ, ਇੱਕ ਘਰ ਗ੍ਰਸਤੀ ਦਾ ਅਗਰ ਮਿਲਿਆ ਹੈ ਔਰ ਉਹ ਛਤਰ ਛਾਂ ਜਿਹੜੀ ਹੈ ਉਹ ਮੈਨੂੰ ਇਕਬਾਲ ਮਾਹਲ ਸਾਹਿਬ ਨੇ ਪੇਸ਼ ਕੀਤੀ। ਮੇਰੇ ਭੈਣ ਜੀ ਤਸ਼ਰੀਫ ਫਰਮਾ ਨੇ, ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ ਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਕਮ ਐਸੇ ਖੂਬਸੂਰਤ ਲੋਕ ਦੇਖੇ ਨੇ। ਬਿਗ ਹੈਂਡ ਫॉर ਇਕਬਾਲ ਮਾਹਲ ਸਾਹਿਬ। ਔਰ ਮੇਰੀ ਜ਼ਾਤੀ ਤੌਰ 'ਤੇ ਖੁਸ਼ਕਿਸਮਤੀ ਹੈ ਕਿ ਮੇਰੇ ਜੇ ਨਾਚੀਜ਼ ਨੂੰ ਬਿਲਕੁਲ ਮੈਨੂੰ ਆਪਣੇ ਬਾਰੇ ਕਤਨ ਕੋਈ ਗਲਤਫਹਿਮੀ ਨਹੀਂ ਹੈਗੀ। ਮੇਰੇ ਜੇ ਨਾਚੀਜ਼ ਨੂੰ ਵੀ ਇਹਨਾਂ ਨੇ ਆਪਣੇ ਨਾਲ ਰੱਖ ਕੇ ਔਰ ਪੂਰੇ ਕੈਨੇਡਾ ਦੀ ਸੈਰ ਕਰਾਈ। ਮੇਰੇ ਕੋਲੋਂ ਕਿੱਥੋਂ ਸੈਰ ਹੋਣੀ ਸੀ, ਮੈਂ ਤਾਂ ਇੱਥੋਂ ਸਕਾਰਬਰੋ ਗਿਆ 7 ਸਾਲ ਹੋ ਗਏ। ਬਹੁਤ ਜ਼ੋਰਦਾਰ ਤਾਲੀਆਂ ਇਕਬਾਲ ਮਾਹਲ ਸਾਹਿਬ। ਜਿਵੇਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ, ਸਭ ਲੋਕੀ ਪਿੱਛੇ ਧੰਦਿਆਂ ਨੂੰ ਹਰੀ ਨਾਮ ਤੇ ਹੋਣਾ ਔਖਾ ਏ। ਧਨ ਕਲਗੀ ਧਰਜੀ ਚਾਰ ਮੋਏ ਪੁੱਤ ਇੱਕ ਮਰਵਾਉਣਾ ਔਖਾ ਏ। ਲਿਟ ਲਿੰਦਾ ਹਰ ਕੋਈ ਫੁੱਲਾਂ ਤੇ ਕੰਡੀਆਂ ਤੇ ਸੋਣਾ ਔਖਾ ਏ। ਗੱਲ ਮੂੰਹੋਂ ਹਰ ਕੋਈ ਕਹਿ ਲੈਂਦਾ ਪਰ ਬੋਲ ਪਗਾਉਣਾ ਔਖਾ ਏ। ਸੁਰਮਾ ਤਾਂ ਹਰ ਕੋਈ ਪਾ ਲੈਂਦਾ ਪਰ ਸੁਰਮਾ ਮਟਕਾਉਣਾ ਔਖਾ।
ਪਰ ਸੱਚਮੁੱਚ ਇਕਬਾਲ ਨੂੰ ਸੁਰਮਾ ਮਟਕਾਉਣਾ ਆਉਂਦਾ। ਪਹਿਲੀ ਵਾਰ ਗੁਰਸੇਵਕ ਆਇਆ, ਜੀ ਆਇਆਂ ਨੂੰ, ਬਹੁਤ ਪਿਆਰ ਹੈ। 1976 ਪੰਜ ਤੇਰੇ ਦੀਆਂ ਗੂੰਜਾਂ ਰਿਕਾਰਡ ਕਰਾਉਣੀਆਂ ਸੀਗੀਆਂ ਬਾਲ ਸਾਹਿਬ। ਅਸੀਂ ਦਰਿਆਗੰਜ HMV ਦੇ ਤੀਜੇ ਤਲਾਅ ਉੱਤੇ, ਤੇ ਉੱਥੇ ਇੱਕ ਬੰਦਾ ਬੈਠਾ ਤੇ ਹੀਰ ਅਹਿਮਦ ਸਾਹਿਬ ਦੇ ਕੋਲੇ। ਅਸੀਂ ਤਾਂ ਉਦੋਂ ਨਵੇਂ ਸੀ, ਹੀਰ ਅਹਿਮਦ ਤੋਂ ਕੰਬਦੇ ਤੇ ਇਹ ਹੀਰ ਅਹਿਮਦ ਨਾਲ ਜੱਫੀਆਂ ਪਾਈ ਬੈਠੇ ਸੀ HMV ਦੇ ਮਾਲਕ ਨਾਲ। ਲਾਲ ਸਾਹਿਬ, ਉੱਥੇ ਸਾਡੀ ਮੁਲਾਕਾਤ ਹੋਈ। ਫਿਰ ਉਹ ਤੋਂ ਬਾਅਦ ਰਿਸ਼ਤੇਦਾਰੀ ਵੀ ਹੋਈ। ਇਹ ਜੋੜਨ ਵਾਲਿਆਂ ਚੋਂ ਇਕਬਾਲ ਮਾਲ। ਜੋੜਨ ਵਾਲਿਆਂ ਦਾ ਹਮੇਸ਼ਾ ਸਤਿਕਾਰ ਹੁੰਦਾ ਹੈ। ਸੜਦੇ ਬਲਦੇ ਰਿਸ਼ਤਿਆਂ ਵਿੱਚ ਵੀ ਇਕਬਾਲ ਮਾਲ ਨੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ, ਭਾਰਤ ਤੇ ਪਾਕਿਸਤਾਨ ਦੇ ਪੰਜਾਬੀਆਂ ਨੂੰ ਆਪਸ ਵਿੱਚ ਜੋੜ ਕੇ ਰੱਖਿਆ। ਉਹ ਮੈਨੂੰ ਪੁਰਾਣੀਆਂ ਬੇਬੇ ਹੋਣਾ ਦੀ ਗੱਲ ਯਾਦ ਹੈ, ਜਿਵੇਂ ਬਲ ਸਾਹਿਬ ਕਹਿੰਦੇ ਸੀ ਖੁੱਲੀ ਜੀ ਗੱਲ ਵੀ ਕਰ ਲਈ। ਪਾਰਸ ਕਹਿੰਦਾ ਹੁੰਦਾ ਸੀ, ਹੈ ਨਾ, ਇਕਬਾਲ ਮਾਲ ਨੂੰ ਪਾਰਸ ਨੇ ਵੀ ਕਿਹਾ ਸੀ ਵੀ ਮਾਰ ਨਹੀਂ ਖਾਂਦਾ ਤੂੰ, ਹੈ ਨਾ, ਥਾਪੜਾ ਦਿੱਤਾ ਸੀ। ਉਹ ਜੋੜਨ ਵਾਲਾ ਇਉਂ ਹੁੰਦਾ ਵੀ ਉਹ ਕਿਤੇ ਕਿਸੇ ਦੇ ਮਿਸਕੈਰੇਜ ਹੋ ਗਈ, ਬੇਬੀ ਬੱਚਾ ਬੋਰਨ ਹੋਣ ਤੋਂ ਪਹਿਲਾਂ ਹੀ, ਤੇ ਬੁੜੀਆਂ ਇੱਕ ਦੋ ਕਹਿਣ ਕੁੜੇ ਬੜਾ ਮਾੜਾ ਹੋਇਆ, ਮੁੰਡਾ ਹੋਣਾ ਸੀ, ਜਵਾਨ ਹੋ ਜਾਂਦਾ, ਵਿਆਹੁਣ ਯੋਗਾ ਹੋ ਜਾਂਦਾ, ਸਿਹਰੇ ਬੰਨ੍ਹਦੇ। ਇੱਕ ਇਕਬਾਲ ਮਾਲ ਵਰਗੀ ਸਿਆਣੀ ਜੀ ਆਈ, ਉਹ ਕਹਿੰਦੀ ਭਾਈ ਰੋਣਾ ਧੋਣਾ ਬੰਦ ਕਰੋ, ਜਵਾਕ ਤਾਂ ਸਾਲ ਨੂੰ ਫੇਰ ਹੋ ਜੂ, ਦੋ ਸਿਰ ਜੁੜਦੇ ਚਾਹੀਦੇ ਆ, ਦੋ ਸਿਰ ਜੁੜਦੇ ਚਾਹੀਦੇ। ਤਾਂ ਮੈਂ ਬਹੁਤ ਖੁਸ਼ ਹਾਂ। ਸਾਡੀ ਜਿਹੜੀ ਰੇਡੀਓ ਟੈਲੀਵਿਜ਼ਨ ਦੀ ਇੰਡਸਟਰੀ ਆ, ਉਹ ਪ੍ਰਫੁੱਲਤ ਨਹੀਂ ਸੀ ਹੋ ਸਕਦੀ ਪੂਰੇ ਕੈਨੇਡਾ ਭਰ ਵਿੱਚ, ਉੱਤਰੀ ਅਮਰੀਕਾ ਵਿੱਚ, ਜੇ ਇਕਬਾਲ ਮਾਲ ਉਹਦਾ ਬੂਟਾ ਨਾ ਲਾਉਂਦਾ। ਇਹ ਬੂਟਾ ਇਕਬਾਲ ਮਾਲ ਨੇ ਲਾਇਆ, ਉਹਨਾਂ ਸਮੇਂ 'ਚ ਲਾਇਆ ਜਦੋਂ ਪੱਲਿਓਂ ਪੈਸੇ ਪਾਉਂਦੇ ਸੀ। ਅਸੀਂ ਤਾਂ ਅੱਜ ਕਮਾਉਨੇ ਆ ਨਾ ਪੈਸੇ ਉਹਦੇ 'ਚੋਂ, ਪਰ ਇਕਬਾਲ ਨੇ ਘਰ ਫੂਕ ਤਮਾਸ਼ਾ ਦੇਖਿਆ ਆਪਦੇ ਪੱਲਿਓਂ ਪੈਸੇ ਲਾ ਕੇ। ਔਰ ਜਿਵੇਂ ਹੁਣੇ ਨਦੀਮ ਸ਼ਾਹ ਜੀ ਕਹਿੰਦੇ ਸੀ, सचमुच नदीम शाह, मैं दो शेर पढ़ने उर्दू दे। एक तो कहता गुत्तो तरक्की इसी को कहते हैं, जब तराशा ना था तो पत्थर थे, जब तराशा तो भगवान बन गए। और एक होर जेड़े एहसान फरामोश आ उन्हां लई कि इन्हीं के हाथों के तराशे हुए पत्थर आज मंदिर में भगवान बने बैठे हैं। पर बहुत सारे इकबाल माल का वड्डी गिणती विच कदर करते हैं। शौकत अली साहब तुर गए, अपन उन्होंने याद करते हैं। हरभजन मान ने विशेष सुनेहा भेजिया, गुरसेवक नूं भेजिया, बलजिंदर लिलणे ने मेरे राही सुनेहा भेजिया। और सचमुच इकबाल माल सूई की तरह जोड़ते हैं। मैं गल कह के समाप्त कर लग्या, एक सूई हुंदी है बीबीओ, एक कैंची हुंदी है, दोनों स्टील तो बनदियां। जौल साहब, सूई टेलर मास्टर की पग ते रहिंदी है ऐन सिरे ते, जिवें इकबाल माल का सत्कार तुहाडे सारियां दे, ये सिर दा ताज अपने सारियां दे। सचमुच मैं पंजाब इन्हां नाल सफ़र कीता, इन्हां दी अगवाई च कीता। तकरीबन 10 कॉलेजिस विच असीं वख-वख थावां ते पंजाबीयत नूं प्रमोट करन वास्ते गए। निर्मल जौड़ा, जसमेर ढट्ट, गुरभजन गिल, वो सारे सज्जन साडे नाल सीगे। अशोक भौरा अमरीका वाला, एस अशोक भौरा हरजीत। एक सूई हुंदी है, वो सिर दे ऐन ताज विच रहिंदी है टेलर मास्टर दे, ते एक कैंची हुंदी है, वो पैरां च रुलदी रहिंदी है। ते कैंची नूं आकड़ भी मैं लंबी लंजी बड़ी हाँ, मेरियां 2 धारां मैं सोहनी सुरखी जादे हैं। वो सूई दे गल पै गई, कहंदी गल सुन कुड़े, तू धख जिन्नी है पर तेरी टौर बड़ी है। ते सूई कैंची नूं हौली कहंदे ने, कहंदी भैणे ये तां आपो अपणियां करतूतां दा फल है। ਉਹ ਕਹਿੰਦੀ ਕੁੜੇ तेरे नालों मेरियां करतूतां की माड़ियां। ਉਹ ਕਹਿੰਦੀ ਭੈਣੇ तेरे मूहरे 50,000 रुपये मीटर का कपड़ा लिया के रख दिए कैंचीए,
ਤੂੰ ਕੱਟ ਕੇ ਲੀਰੋ ਲੀਰ ਕਰਕੇ ਤੇ ਉਹ ਛੱਡ ਦਿੰਦੀ ਹੈ। ਤੇ ਮੈਨੂੰ ਮੇਰੇ ਮਾਲਕ ਨੇ ਤੌਫੀਕ ਦਿੱਤੀ ਹੈ ਕਿ ਮੈਂ ਤੇਰੀਆਂ ਕੱਟੀਆਂ ਹੋਈਆਂ ਲੀਰਾਂ ਨੂੰ ਟਾਂਕੇ ਲਾਉਣੀ ਹੈ। ਉਹ ਕਿਸੇ ਦਾ ਸਲਵਾਰ ਕਮੀਜ਼, ਕਿਸੇ ਦਾ ਕੁੜਤਾ ਪਜਾਮਾ ਬਣਦਾ ਹੈ ਤੇ ਬੰਦੇ ਦਾ ਨੰਗ ਢਕਿਆ ਜਾਂਦਾ ਹੈ। ਪੰਜਾਬੀ ਦਾ ਇੱਕ ਸ਼ਾਇਰ ਕਹਿੰਦਾ, ਸੂਈ ਸੁਹਾਗਾ ਸੁਗੜ ਨਰ, ਇਕਬਾਲ ਮਾਹਲ ਵਰਗਾ ਸੁਗੜ ਨਰ, ਸੂਈ सुहागा सुगड़ नर करे अनेक से एक, कैंची कलवतरी दुष्ट नर करे एक से अनेक। तो सूई जोड़ती है। तो असी बहुत माण करते हैं, फखर महसूस करते हैं कि सानू जिहड़ी खुली हवा विच रेडियो टैलीविजन की ਉਹਦੇ ਵਿੱਚ ਉਡਾਰੀਆਂ ਲਾਉਣ ਦਾ ਜਿਹੜਾ ਮੌਕਾ ਉਹ ਇਕਬਾਲ ਮਾਲ ਦੇ ਕਦਮਾਂ ਔਰ ਦੇ ਕਰ ਕਮਲਾਂ ਦੇ ਮੁਤਾਬਕ ਮਿਲਿਆ। ਔਰ ਮੈਂ ਬਹੁਤ ਮਾਣ ਅਤੇ ਫਖਰ ਮਹਿਸੂਸ ਕਰਦਾ। ਅਸੀਂ ਘਰੇ ਵੀ ਗੱਲਾਂ ਕਰਦੇ ਹੁੰਦੇ ਹਾਂ, ਕੁਲਦੀਪ ਹਰਭਜਨ ਨਾਲ ਬਹੁਤ ਗੱਲਾਂ ਹੁੰਦੀਆਂ ਔਰ ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਹਰਭਜਨ ਦੀ ਗਾਇਕੀ ਨੂੰ ਉਡਾਰੀਆਂ ਉੱਤੇ, ਆਕਾਸ਼ ਉੱਤੇ ਪਹੁੰਚਾਉਣ ਲਈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਵੀ ਉਹਨੇ ਵਿਸ਼ੇਸ਼ ਸੁਨੇਹਾ ਭੇਜਿਆ ਮੈਨੂੰ, ਕਹਿੰਦਾ ਵੀਰ ਜੀ ਮੇਰੇ ਵੱਲੋਂ ਜਿੰਨੇ ਸ਼ਬਦ ਬੋਲ ਸਕਦੇ ਹੋਏ ਉਹਨੇ ਸ਼ਬਦ ਬੋਲਿਓ। ਤੇ ਬਹੁਤ ਪਿਆਰ ਅਤੇ ਬਹੁਤ ਸਤਿਕਾਰ। ਇਕਬਾਲ ਮਾਹਲ ਸ਼ੁੱਧ ਪੰਜਾਬੀ ਦੇ ਉਚਾਰਨ ਦਾ ਕਦਰਦਾਨ ਹੈ ਤੇ ਕੰਨਾਂ ਦਾ ਸੁਰੀਲਾ। ਜ਼ੋਰਦਾਰ ਤਾਲੀਆਂ। ਸੇਵਕ ਆ ਜਾ ਕਾਕਾ, ਜਿਹੜਾ ਸੇਵਕ ਹੁੰਦਾ ਸੀ ਨੀਤੀ ਚੌਕੀ 'ਚ ਪੜ੍ਹਦਾ, ਉੱਡੀ ਕੇ ਸਰੰਗੀ ਹੁੰਦੀ ਸੀ। ਇਹ ਉਦੋਂ ਤੋਂ ਮੇਰੇ ਨਾਲ ਜੁੜੇ ਨੇ ਔਰ ਮੈਨੂੰ ਬੜਾ ਮਾਣ ਹੈ ਦੋਵਾਂ ਬੱਚਿਆਂ ਤੇ। ਲੋਕੀ ਆਉਂਦੇ ਜਾਂਦੇ ਬਹੁਤ ਰਹੇ ਨੇ, ਪਰ ਜਿਹੜੀ ਸਿੰਸੈਰਿਟੀ ਬਾਪੂ ਜੀ ਪਾਰਸ ਜੀ ਨੇ ਇਹਨਾਂ ਨੂੰ ਸਿਖਾਈ ਹੈ, ਸਰਦਾਰ ਰਣਜੀਤ ਸਿੰਘ ਸਿੱਧਵਾਂ ਉਹਨਾਂ ਨੇ ਗੁਣ ਦਿੱਤਾ ਕਿ ਵਫਾਦਾਰੀ ਪਾਲੋ। ਤੁਸੀਂ ਸੀਰ ਸਾਹਿਬ ਦਾ ਜ਼ਿਕਰ ਕਰਦੇ ਸੀ, ਕਾਕੇ ਨੇ ਮੈਨੂੰ ਕਿਹਾ ਪਹਿਲਾਂ ਚਲੋ ਮੇਰੀ ਚਿੱਠੀ ਲੈ ਗਿਆ, ਜ਼ਹੀਰ ਸਾਹਿਬ ਨੇ ਤੋਰ ਦਿੱਤਾ। ਫਿਰ ਆਈ ਅਗਲੇ ਸਾਲ, ਉਹ ਇਹ 3 ਵੀਲਰ 'ਚ ਬਹਿਣ ਲੱਗੇ ਤਾਂ ਉਹਨੇ ਆਪਣਾ ਚਪੜਾਸੀ ਭੇਜ ਕੇ ਕਿਹਾ ਉੱਪਰ ਆ ਜਾ। ਉਹਨੇ ਕਿਹਾ ਜਿਹੜੇ ਬੰਦੇ ਨੇ ਤੈਨੂੰ ਚਿੱਠੀ ਦਿੱਤੀ ਹੈ ਨਾ, ਮੈਂ ਉਹਨੂੰ ਜਵਾਬ ਨਹੀਂ ਦੇ ਸਕਦਾ। ਪਰ ਦਾ ਰਿਕਾਰਡ ਇਹ ਜੈਸਾ ਠੀਕ ਹੈ। ਆਦੇ ਵਕਤ वैसे मैं माल साहब ਨੂੰ ਕਹਿੰਦੇ ਬੋਲਦਾ ਨਹੀਂ, ਪਰ ਕਿਉਂਕਿ ਮੈਂ ਸਿਰਫ ਇੱਕ ਗੱਲ ਕਹੂੰਗਾ ਕਿ ਵੀ ਮਾਲ ਸਾਹਿਬ ਦੇ तमाम ਕਲਾਕਾਰਾਂ ਨਾਲ ਕਈਆਂ ਨੂੰ ਹੁਣ ਆਮ ਰਿਸ਼ਤੇ ਰਹਿ ਗਏ ਨੇ, ਪਰ ਸਾਡਾ ਰਿਸ਼ਤਾ ਬਹੁਤ ਖਾਸ ਹੈ। ਮੇਰੇ ਲਈ ਬਹੁਤ ਪਿਆਰ ਹੈ ਇਹਨਾਂ ਵਾਸਤੇ। ਸੋ ਇਹਨਾਂ ਦਾ ਬਹੁਤ ਵੱਡਾ ਹੱਥ ਹੈ, ਜਿੰਨਾ ਕੁ ਮੈਂ ਗਾਇਆ ਉਸ 'ਚ ਔਰ ਜੋ ਹਰਭਜਨ ਰਸਤਾ ਕਰ ਰਿਹਾ ਇਹ। ਹਾਂ, ਮੈਨੂੰ ਹਫ਼ਤੇ 'ਚ ਮੈਨੂੰ ਇੱਕ ਅੱਧੀ ਵਾਰੀ ਫੋਨ ਆ ਹੀ ਜਾਂਦਾ, ਯਾਰ ਤੂੰ ਗਾਉਂਦਾ ਕਿਉਂ ਨਹੀਂ। ਸੋ ਪਰ ਮੇਰਾ ਉਹੀ ਇਹਨਾਂ ਨੂੰ ਹੁੰਦਾ ਜੀ, ਬਸ ਕਰਦੇ ਹਾਂ ਅਗਲੇ ਹਫ਼ਤੇ ਇਕੱਠੇ ਹੁੰਦੇ। ਹੁਣ ਮੇਰੇ ਖਿਆਲ 10-12 ਸਾਲ ਹੋ ਗਏ, ਸਮਝੋ। ਸੋ ਥੈਂਕ ਯੂ, ਬਹੁਤ ਮੁਬਾਰਕਾਂ ਤੁਹਾਨੂੰ। ਔਰ ਅਸੀਂ ਲੱਕੀ ਹਾਂ, ਲੱਕੀ ਹਾਂ ਕਿ ਤੁਸੀਂ ਸਾਡੀ ਜ਼ਿੰਦਗੀ ਦਾ ਹਿੱਸਾ ਹੋ ਔਰ ਬਹੁਤ ਅੱਛਾ ਲੱਗਦਾ। ਥੈਂਕ ਯੂ। ਚੱਕਰ ਇਹ ਆ, ਇੱਧਰ ਆ ਤੁਸੀਂ, ਇੱਧਰ ਆ। ਅੱਛਾ, ਬਾਪੂ ਸਰਦਾਰ ਕਰਨੈਲ ਸਿੰਘ ਜੀ ਪਾਰਸ ਕੋਈ PhD ਪਾਸ ਨਹੀਂ ਸੀ, ਪਿੰਡ ਦੇ ਗ੍ਰੰਥੀ ਤੋਂ ਊੜਾੜਾ ਸਿੱਖੇ ਸੀ, ਪਰ ਪੜ੍ਹਨ ਦਾ ਸ਼ੌਕ ਸੀ। ਜਿਹੜੀਆਂ ਜੀਵਨ ਦੀਆਂ ਜੁਗਤਾਂ ਜਾਂ ਜੀਵਨ ਜਾਂਚ ਉਹਨਾਂ ਵਿੱਚ ਸੀ, ਉਹ ਕਿਸੇ PhD ਕੋਲ ਨਹੀਂ। ਉਹਨਾਂ ਨੇ ਸਾਰੀ ਉਮਰ ਸਰਦਾਰ ਰਣਜੀਤ ਸਿੰਘ ਸਿੱਧਵਾਂ ਦਾ ਸਾਥ 39-40 ਸਾਲ ਇਕੱਠੇ ਰਹੇ। ਅੱਜ ਕੱਲ੍ਹ ਦਾ ਢੋਲਕੀ ਵਾਲਾ 3 ਦਿਨ ਗੁਆਚਾ ਹੁੰਦਾ। ਸਤਿੰਦਰਪਾਲ ਹੁਣ ਮੇਰੀ ਵਾਰੀ ਬੋਲਣ ਦੀ ਮਗਰੋਂ ਆਉਣੀ ਹੈ, ਆਪਾਂ ਕੰਮ ਛੇਤੀ ਨਿਬੇੜ ਦਈਏ ਤਾਂ ਕਿ ਫਿਰ ਮੈਂ ਬੋਲ ਸਕਾਂ। ਤਕਰੀਬਨ ਅਸੀਂ ਹੁਣ ਨੇੜੇ ਹੀ ਹਾਂ, ਰੋਟੀ ਤਿਆਰ ਹੈ ਔਰ ਥੋੜਾ ਟਾਈਮ ਹੀ ਲਵਾਂਗੇ। ਇਸ ਤੋਂ ਬਾਅਦ ਇਕਬਾਲ ਸਾਹਿਬ ਜਿਹੜੇ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਸਭ ਤੋਂ ਜ਼ਰੂਰੀ ਧੰਨਵਾਦ ਕਰਨਾ ਜਿਹੜਾ ਬਣਦਾ ਸੀ, ਉਹ ਸਫਲਤਾ ਦਾ ਰਾਜ ਇਕਬਾਲ ਉਹਨਾਂ ਦਾ ਜਿਹੜਾ ਉਹਨਾਂ ਦਾ ਪਰਿਵਾਰ। ਮੇਰੀ ਬਰਾਤ ਉਹਨਾਂ ਦੀ ਜੀਵਨ ਸਾਥਣ ਮਨਜੀਤ ਮਾਲ ਤੋਂ ਹੈ ਤੇ ਉਹਨਾਂ ਦੀ ਬੇਟੀ ਨਤਾਸ਼ਾ ਮਾਲ। ਜ਼ੋਰਦਾਰ ਤਾੜੀਆਂ। ਮਨਜੀਤ ਮਾਲ ਜਾਂ ਤਾਂ ਬੈਕ ਸਟੇਜ ਕੰਮ ਕਰ ਰਹੀ ਹੁੰਦੀ ਹੈ ਜਾਂ ਫਿਰ ਉਹਨੂੰ ਰਸੋਈ ਦੇ ਵਿੱਚ ਮੈਂ ਦੇਖਿਆ ਹੱਸੂ ਕਰਦੀ ਉਹ ਕਲਾਕਾਰਾਂ ਦੀ ਸੇਵਾ ਕਰ ਰਹੀ ਹੁੰਦੀ। ਮਨਜੀਤ ਮਾਲ, ਜ਼ੋਰਦਾਰ ਤਾਲੀਆਂ ਦੇ ਨਾਲ। ਨਤਾਸ਼ਾ ਤੁਸੀਂ ਆ ਜਾਓ। ਨਤਾਸ਼ਾ ਮਾਲ, ਇਹਨੂੰ ਤੁਸੀਂ
ਵੀ ਤੇ ਨਤਾਸ਼ਾ ਨੂੰ ਅਕਸਰ ਸੁਣਦੇ ਰਹਿੰਦੇ ਹੋ, ਬਹੁਤ ਹੀ ਪਿਆਰੀ ਬੱਚੀ ਹੈ ਨਤਾਸ਼ਾ ਮਾਨ। ਇਸ ਦੇ ਨਾਲ ਹੀ ਮੈਂ ਹੁਣ ਗੁਜ਼ਾਰਿਸ਼ ਕਰਾਂਗੀ ਕਿ ਅੱਜ ਦੀ ਜਿਹੜੇ ਫੰਕਸ਼ਨ ਦੇ ਹੀਰੋ ਨਹੀਂ ਹੀਰੋ ਕੋਈ ਨਹੀਂ, ਅਸੀਂ ਹੀਰੋ ਨਹੀਂ ਮੈਂ ਕਰਦਾ ਜੀ। ਇਕਬਾਲ ਮਾਨ। ਥੈਂਕ ਯੂ ਜੀ। ਇਹ ਤਾਂ ਮੈਨੂੰ ਚੰਗਾ ਲੱਗੇ, ਮੈਂ ਸੁਣਾਉਣ ਤੋਂ ਨਹੀਂ ਡਰਦਾ। ਬਲ ਸਾਹਿਬ ਨੇ ਆਪਣੇ ਬੜੇ ਵਿਚਾਰ ਸਾਂਝੇ ਕੀਤੇ, ਹਸਾਇਆ ਵੀ ਤੇ ਅਸਲੀਅਤ ਵੀ ਦੱਸੀ। ਸਤਿੰਦਰ ਬਾਲ ਹੁਣਾਂ ਨਾਲ ਮੇਰੀ ਦੋਸਤੀ ਵੀ ਹੈ, ਨੇੜ ਅਸੀਂ ਬੜੇ ਕਲੋਜ਼ ਫਰੈਂਡਸ ਵੀ ਹਾਂ। ਮੈਨੂੰ ਯਾਦ ਆ ਜਦੋਂ ਇਹ ਰਿਕਾਰਡਿੰਗ ਕਰ ਰਿਹਾ ਸੀ ਤੇ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਮੇਰੇ ਖਿਆਲ ਤੁਹਾਡੇ ਤਾਏ ਦੇ ਲੜਕਾ ਸੀ ਚਮਕੌਰ ਸੀ ਕਿ ਉਹਨੇ ਇੱਕ ਜਗ੍ਹਾ ਆਵਾਜ਼ ਲਾਈ ਹੋ ਇਸ ਤਰ੍ਹਾਂ, ਤੇ ਜਿਹੜਾ ਬੂਟਾ ਸਿੰਘ ਬਲਾਸਪੁਰੀ ਸਰੰਗੀ ਵਜਾ ਰਿਹਾ ਸੀ ਉਹਦਾ ਬੋ ਜਿਹੜਾ ਘੁੰਗਰੂ ਸੀ ਉਹ ਸਭ ਤੇ ਨਹੀਂ ਆਇਆ। ਤੇ ਜ਼ੀਰ ਸਾਹਿਬ ਨੇ ਕਿ ਇਸਕੋ ਮਿਟਾ ਦੋ ਔਰ ਰਿਕਾਰਡਿੰਗ ਕਰੋ। ਮੈਂ ਉਹਨਾਂ ਨੂੰ ਕਿਹਾ ਜੀ ਇਹ ਰਿਕਾਰਡਿੰਗ ਨਾ ਮਿਟਾਇਓ, ਉਹਨਾਂ ਨੂੰ ਹੋਰ ਕਰ ਲਓ, ਤੁਹਾਡੇ ਕੋਲ ਬਥੇਰੀ ਟੇਪ ਪਈ ਹੈ। ਮੇਰੇ ਖਿਆਲ 3-4 ਟੇਕਾਂ ਹੋਈਆਂ, ਉਸ ਨੌਜਵਾਨ ਤੋਂ ਮੁੜ ਕੇ ਆਵਾਜ਼ ਨਹੀਂ ਲੱਗੀ। ਹੁਣ ਕਿਹੜਾ ਜਾਦੂ ਸੀ ਰੱਬ ਜਾਣਦਾ, ਪਰ ਜਦੋਂ ਉਹ ਰਿਕਾਰਡ ਆਇਆ ਉਹੀ ਘੁੰਗਰੂ ਜਿੱਥੇ ਗਲਤ ਵੱਜੇ ਉਹ ਬਣ ਕੇ ਆਇਆ। ਹਾਂਜੀ ਸ਼ਾਹ ਜੀ ਜੀ ਕੁਛ ਨਹੀਂ, ਉਹਨਾਂ ਦਾ ਹੁਕਮ ਹੈਗਾ ਡਾਇਰੈਕਸ਼ਨ ਜਿਹੜੀ ਤੁਹਾਡੇ ਮੇਰੇ ਮੂੰਹ ਵਾਲੇ ਕਰ। ਅੱਛਾ, ਦਰਅਸਲ ਮੈਂ ਸੱਚ ਬੋਲਣ ਤੋਂ ਡਰਦਾ ਨਹੀਂ। ਜਿਸ ਬੰਦੇ ਨੇ ਵੀ, ਜਿਸ ਇਨਸਾਨ ਨੇ ਵੀ ਕਿਸੇ ਮੋੜ ਤੇ ਵੀ ਮੇਰੀ ਉਂਗਲੀ ਫੜੀ ਹੈ, ਮੈਨੂੰ ਆਸ਼ੀਰਵਾਦ ਦਿੱਤਾ, ਜੱਫੀ ਪਾਈ, ਰਾਹ ਦੱਸਿਆ, ਉਹ ਅਜੇ ਇੱਥੇ ਬੈਠੇ ਵੀ ਨੇ ਮੇਰੀ ਜ਼ਿੰਦਗੀ 'ਚ। ਇੱਥੋਂ ਤੋਂ ਬਾਅਦ ਵੀ ਮੈਂ ਉਹਨਾਂ ਨਾਲ ਬੜੀ ਨੇੜਤਾ। ਮੇਰਾ ਕੋਈ ਇਰਾਦਾ ਨਹੀਂ ਸੀ ਕਿ ਮੈਂ ਰੇਡੀਓ ਟੀਵੀ ਕਰਾਂ, ਹੀ ਨਹੀਂ ਸੀ। ਮੇਰਾ ਰਾਹ ਹੀ ਵੱਖਰਾ ਸੀ, ਮੈਂ ਤਾਂ ਇੰਗਲਿਸ਼ ਮਿਊਜ਼ਿਕ 'ਚ ਇਨਵੋਲਵ ਸੀ। ਸਾਡੇ ਰਵੀ ਸ਼ਰਮਾ ਜੀ ਸਾਹਮਣੇ ਬੈਠੇ ਨੇ, ਇਹਨਾਂ ਨੇ ਸਾਡਾ 75 'ਚ ਪ੍ਰੋਗਰਾਮ ਦੇਖਿਆ ਤੇ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਤੂੰ ਕਾਕਾ ਪ੍ਰੋਗਰਾਮ ਕਰੇਗਾ। ਮੈਂ ਕਿਹਾ ਜੀ ਮੈਂ ਤਾਂ ਕਦੀ ਕੀਤਾ ਨਹੀਂ। ਮਸਲਾ ਪੈਸੇ ਦਾ ਵੀ ਸੀ, ਮਸਲਾ ਨਾ ਕਈ ਚੀਜ਼ਾਂ ਨਹੀਂ ਸੀ ਪਤਾ। ਬਲ ਸਾਹਿਬ ਬੋਲਣ ਦਾ ਅਭਿਆਸ ਨਹੀਂ ਸੀ, ਸ਼ਬਦਾਂ ਦੀ ਚੋਣ ਨਹੀਂ ਸੀ, ਲਿਖਣ ਪੜ੍ਹਨ ਦਾ ਸ਼ੌਕ ਨਹੀਂ ਸੀ। ਪਰ ਇਹਨਾਂ ਨੇ ਕਿਹਾ ਇਹ ਨਹੀਂ ਫਿਕਰ ਨਾ ਕਰਿਓ, ਕਿਸ਼ਤਾ ਮੈਂ ਸਾਂਭੀ ਜਾਊਂ, ਤੁਸੀਂ ਸ਼ੁਰੂ ਕਰੋ। ਤੋ ਇਸ ਤਰ੍ਹਾਂ ਇਬਤਦਾਦ ਹੋਈ, ਕਈ ਸਾਲ ਰੇਡੀਓ ਚੱਲਦਾ ਰਿਹਾ। ਫਿਰ ਦੀਪਕ ਸਾਹਿਬ ਨਹੀਂ ਆਏ, ਮੈਂ ਉਮੀਦ ਕਰਦਾ ਸੀ ਉਹ ਆਉਂਦੇ, ਤੇ ਅਸੀਂ ਦੋ ਇਕੱਠੇ ਸਾਂ। ਫਿਰ ਇਹ ਸੀਗਾ ਕਿ ਸਾਰੇ ਕੰਮ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਸੀ ਤੇ ਬੰਦੇ ਨਹੀਂ ਸੀ ਲੱਭਦੇ। ਚਲੋ ਬੜੇ ਕਾਮਯਾਬ ਬ੍ਰੌਡਕਾਸਟ, ਜਿੱਦਾਂ ਹੁਣ ਸਤਿੰਦਰਪਾਲ ਜੀ ਕਹਿ ਕੇ ਰਹੇ ਨੇ ਵੀ ਕਰਮਾਂ ਵਾਲੇ ਨੇ ਸਾਡੇ ਬ੍ਰੌਡਕਾਸਟਰ ਜਿਹੜੇ ਖੁੱਲੀ ਡੁੱਲੀ ਵਧੀਆ ਰੋਟੀ ਖਾ ਰਹੇ ਨੇ, ਮੈਨੂੰ ਚੰਗਾ ਲੱਗਦਾ। ਪਰ ਮੈਂ ਆਪਣਾ ਕੰਮ ਨਹੀਂ ਛੱਡਿਆ। ਭੈਣ ਜੀ ਬੈਠੇ ਨੇ, ਆ ਬੈਠੇ, ਇਹਨਾਂ ਨੇ ਕਿਹਾ ਇੱਕ ਵਾਰ ਕੰਮ ਨਾ ਛੱਡੀ। ਮੈਂ 30 ਵਰੇ ਹੋਰ ਕੰਮ ਕੀਤੇ, 43 ਸਾਲ ਮੈਂ ਟੁੱਟਰ ਕਟਾਇਆ ਫੈਕਟਰੀਆਂ 'ਚ, ਪਰ ਮੈਨੂੰ ਉਸ ਦੀ ਬਦੌਲਤ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ। ਸੰਗੀਤ ਕੁਦਰਤ ਦੀ ਐਸੀ ਬਖਸ਼ਿਸ਼ ਹੈ, ਤੁਹਾਨੂੰ ਗਾਉਣ ਦਾ ਸ਼ੌਕ ਨਾ ਵੀ ਹੋਵੇ, ਸੁਣਨ ਦਾ ਹੋ ਜਾਵੇ, ਉਹ ਵੀ ਵੱਲ ਹੈ। ਕਿਉਂ ਸ਼ਾਹ ਜੀ? ਜਿਹੜੇ ਕੰਨ ਸੁਰੀਲੇ ਨੇ ਇਹ ਵੀ ਰੱਬ ਦੀ ਦੇਣ ਹੈ। ਤੋ ਮੈਂ ਵੀ ਇੱਥੇ ਰਿਕਾਰਡ ਬਣਾਉਣ ਦਾ ਜਦ ਸ਼ਰਮਾ ਜੀ ਸ਼ੁਰੂ ਹੋਇਆ ਸੀ, ਇੱਕ ਛੋਟਾ ਜਿਹਾ ਰਿਕਾਰਡ ਬਣਾਇਆ ਸੀ ਭੱਠੀ ਵਾਲੀ। ਜਿੰਨੇ ਮਿਊਜ਼ੀਸ਼ੀਅਨ ਸੀ ਸਾਰੇ ਲੋਕਲ ਸੀ, ਕੋਈ ਪ੍ਰੋਫੈਸ਼ਨਲ ਨਹੀਂ ਸੀ। ਇਟ ਬਿਕੇਮ ਅ ਹਿੱਟ। ਉਹ ਤੋਂ ਬਾਅਦ ਇੱਕ ਹੋਰ ਬਣਾਇਆ ਮਸਤਾਨਾ ਜੀ ਉਹਨਾਂ ਨਾਲ, ਉਹ ਵੀ ਠੀਕ ਠਾਕ ਸੀ, ਪੈਸੇ ਜ਼ਰੂਰ ਜੇਬੋਂ ਨਿਕਲਦੇ ਸੀ। ਜਦੋਂ ਤੀਜਾ ਰਿਕਾਰਡ ਬਣਿਆ, ਜਗਜੀਤ ਸਿੰਘ ਹੋਰਾਂ ਨਾਲ ਮੇਰੇ ਕਈ ਮਤਭੇਦ ਵੀ ਹੋਏ ਨੇ, ਪਰ ਮੁਹੱਬਤ ਜਿਹੜੀ ਆ ਉਹ ਆਪਣੀ ਜਗ੍ਹਾ ਰੱਖਦੀ ਆ। ਜਦੋਂ ਮਾਸਟਰ ਟੇਪ ਬਣ ਗਈ ਸੇਵਕ, ਤਾਂ ਮੈਂ ਉਹਨੂੰ ਪੁੱਛਿਆ ਭਾਜੀ ਕਿਵੇਂ ਆ, ਕੋਟ ਐਂਡ ਕੋਟ। ਉਹਨੇ ਗਾਲ ਕੱਢ ਕੇ ਕਿਹਾ ਕਿ ਹੁਣ ਗਾਵਾਂ ਵੀ ਮੈਂ ਕਿਹਾ ਕੀ ਮਤਲਬ? ਕਹਿੰਦਾ ਬੰਦਾ ਬਸੁਰਾ। ਮੈਂ ਕਿਹਾ ਜੀ ਉਹ ਕੀ ਹੁੰਦਾ? ਤੇ ਸੱਚ ਕਹਿ ਰਿਹਾ, ਮੈਂ ਆਪਣੇ ਮਨੋਂ ਨਹੀਂ ਕਹਿ ਰਿਹਾ। ਕਹਿੰਦਾ ਮੈਨੂੰ ਨੇ ਝਿੜਕਿਆ, ਤੂੰ ਆਪਣੇ ਬੱਚੇ ਸਾਂਭ, ਲੋਕਾਂ ਦੇ ਪੈਸੇ ਨਾ ਪੱਟ, ਆਪਣਾ ਪੈਸੇ ਜਿਹੜੇ ਆਪਣੇ ਟੱਬਰ ਤੇ ਖਰਚਾ। ਕੀ ਰਿਕਾਰਡਾਂ 'ਚ ਕੁਝ ਨਹੀਂ ਲੱਭਣਾ।
ਚਲੋ ਸੱਚੇ ਪਾਤਸ਼ਾਹ ਦੀ ਮਿਹਰਬਾਨੀ ਨਾਲ ਅਸੀਂ 3-13 ਚ ਗਿਣ ਹੋਣ ਲੱਗ ਪਏ ਆ। ਰਿਕਾਰਡਿੰਗ ਵਾਲੇ ਬੰਦੇ ਪਤਾ ਨਹੀਂ ਕਿੱਥੇ ਗੁਆਚ ਗਏ। ਕਿਉਂ ਸ਼ਰਮਾ ਜੀ? ਸੱਗੂ ਸਾਹਿਬ ਹਰ ਗੱਲ ਦੇ ਵਿਟਨੈਸ ਨੇ। ਇਹ ਕਹਿ ਵੀ ਚੁੱਕੇ ਨੇ ਕਿ ਭੱਠੀ ਵਾਲੀ ਤੋਂ ਬਾਅਦ ਕੋਈ ਗੱਲ ਨਹੀਂ ਬਣੀ ਹੈ। ਨੈਚੁਰਲ, ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ। ਤੁਸੀਂ ਇਕੱਠੇ ਹੁੰਦੇ ਹੋ, ਰਾਹ ਛੱਡ ਦਿਓ, ਹੱਥ ਮੜਾ ਕੇ ਛੱਡ ਦਿਓ। ਹੋਰਾਂ ਵਾਂਗੂ ਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ। ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਅੰਨੀ ਪੀੜ ਸਤਿੰਦਰ ਜੀ, ਅੰਨੀ ਪੀੜ ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ। ਖੜ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ। ਸਾਰਾ ਕੁਝ ਜੋ ਵੀ ਹੁੰਦਾ ਹੈ ਕੁਦਰਤ ਵੱਲੋਂ ਵਿਆਪਕ ਹੁੰਦਾ ਹੈ। ਜ਼ਿੰਦਗੀ 'ਚ ਸਾਥੀ ਮਿਲਦੇ ਨੇ। ਹੁਣ ਤੁਹਾਡੇ ਜਿੰਨੇ ਵੀ ਬੈਠੇ ਨੇ, ਸਾਡਾ ਪ੍ਰੋਫੈਸ਼ਨਲ ਰਿਸ਼ਤਾ ਨਹੀਂ ਤੁਹਾਡੇ ਨਾਲ, ਮੇਰਾ ਨਹੀਂ ਹੈ। ਕਿਉਂ ਰਾਏ ਸਾਹਿਬ, ਦਲਜੀਤ ਭਾਜੀ? ਹੁਣ ਜਦ ਮੈਂ ਬੰਦ ਕੀਤਾ ਇਹਨਾਂ ਨੂੰ ਬੜਾ ਦੁੱਖ ਲੱਗਾ। ਮੈਨੂੰ ਕਹਿੰਦੇ ਯਾਰ ਜੇ ਪੈਸੇ ਥੋੜੇ, ਸਾਡੇ ਪੈਸੇ ਹੋਰ ਵਧਾ ਦੇ। ਮੈਂ ਕਿਹਾ ਨਹੀਂ, ਮੇਰੀ ਉਮਰ ਜ਼ਿਆਦਾ ਹੋ ਗਈ ਹੈ, ਬਹੁਤ ਹੋ ਗਿਆ, ਮੈਂ ਆਈ ਜਸਟ ਵਾਂਟ ਟੂ ਟੇਕ ਲੀਵ। ਤੇ ਇਹਨਾਂ ਨੇ ਮੈਨੂੰ ਕਿਹਾ ਯਾਰ ਇਹ ਤਾਂ ਹੋਵੇ ਜਿਹੜੇ ਹਫ਼ਤੇ ਤੋਂ ਗੇੜਾ ਜ਼ਰੂਰ ਮਾਰਨਾ। ਮੈਂ ਤੁਹਾਡੇ ਨਾਲ ਕਾਫੀ ਪੀਣ ਆਇਆ ਕਰੂੰਗਾ ਜੀ, ਆਈ ਪ੍ਰੋਮਿਸ ਯੂ। ਬਾਕੀ ਕੋਈ ਵੀ ਬੰਦਾ ਸੰਪੂਰਨ ਨਹੀਂ ਹੁੰਦਾ। ਸੰਪੂਰਨ ਸਿਰਫ ਰੱਬ ਪਰਮਾਤਮਾ ਹੁੰਦਾ। ਜੇ 4 ਗੱਲਾਂ ਚੰਗੀਆਂ ਨੇ ਤੇ 4 ਮਾੜੀਆਂ ਵੀ ਹਰ ਇਨਸਾਨ 'ਚ ਹੋ ਸਕਦੀ। ਮੇਰੇ 'ਚ ਵੀ ਹੋਣਗੀਆਂ। ਮੈਂ ਤੱਤਾ ਬਹੁਤ ਛੇਤੀ ਹੋ ਜਾਂਦਾ, ਮੈਨੂੰ ਬਚਾ ਲੈਂਦੀ ਮੇਰੀ ਮੈਡਮ। ਪਰ ਮੈਂ ਅੰਤ 'ਚ ਹੀ ਕਹਾਂਗਾ, ਮੈਂ ਕਰਮਾਂ ਵਾਲਾ ਕਿ ਤੁਸੀਂ ਮੈਨੂੰ ਸਾਥ ਦਿੱਤਾ। ਮੇਰੀ ਮਾਂ ਤੇ ਮੇਰੇ ਬਾਪੂ ਜੀ ਨੂੰ ਸ਼ਰਮਾ ਜੀ ਇੰਗਲੈਂਡ ਦੇ ਜਾਣਦੇ ਆ, ਤੇ ਉਹਨਾਂ ਦੇ ਸੁਭਾਅ ਨੂੰ ਵੀ ਜਾਣਦੇ, ਛੇੜ-ਛੁੜੀ ਲੈਂਦੇ। ਤੇ ਉਹਨਾਂ ਦੀ ਹਮੇਸ਼ਾ ਸ਼ਿਕਾਇਤ ਰਹੀ ਹੈ ਕਿ ਕਾਕਾ ਤੂੰ ਅਕਲ ਕਰ। ਲੋਕੀ ਘਰ-ਬਾਰ ਬਣਾਉਂਦੇ ਨੇ, ਤੂੰ ਗਾਣੇ ਵਾਲੇ ਪਿੱਛੇ ਭੱਜੀ ਜਾਂਦਾ। ਤੇ ਉਹਨੂੰ ਮੈਂ ਕਵਿਤਾ 'ਚ ਕਿਹਾ ਸੀ ਵੀ, ਉਹ ਕਹਿੰਦੇ ਜਿੰਨਾ ਸਮਾਂ ਤੂੰ ਇਸ ਪਾਸੇ ਲਾਇਆ ਕੁੱਤਖਾਨੇ 'ਚ, ਇਹ ਵੀ ਨਾਲ ਕਹਿੰਦੇ ਸੀ, ਜੇਕਰ ਕੰਮ ਤੇ ਲਾ ਲੈਂਦਾ ਇੰਨੇ ਸਾਲਾਂ ਵਿੱਚ ਮੇਰੇ ਬੱਚੇ ਡਾਲਰ ਬੜੇ ਬਣਾ ਲੈਂਦਾ, ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਸੱਜਣਾ ਤੂੰ ਆਪਣਾ ਨਾਮ ਲਿਖਾ ਲੈਂਦਾ। ਮੇਰੀ ਮਾਂ ਨੂੰ ਮੇਰੇ ਭਰਾ ਦੇ 5-6 ਘਰ ਚੰਗੇ ਲੱਗਦੇ ਆ, ਇਸ ਕਰਕੇ ਮੈਨੂੰ ਸਿੱਖਿਆ ਦੇ ਰਹੀ ਵੀ ਤੂੰ ਬੇਵਕੂਫ ਹੈ। ਉਹਦਾ ਜਵਾਬ ਸੀ, ਗੱਲ ਤਾਂ ਤੇਰੀ ਠੀਕ ਹੈ ਮਾਂ, ਡਾਲਰ ਬੜੇ ਬਣਾ ਲੈਂਦਾ, ਰੁੱਖਾਂ ਦੇ ਨਾਲ ਮੁੱਕਣ ਛਾਵਾਂ ਸਮਾਂ ਸਭ ਨੂੰ ਢਾ ਲੈਂਦਾ, ਕਿੰਨੇ ਧਨੀ ਉਹ ਢੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ, ਕਵਿਤਾ ਕਿੰਝ ਬਣਦੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਮੈਂ 2 ਖਬਰਾਂ ਤੁਹਾਡੇ ਨਾਲ ਸਾਂਝੀਆਂ। ਇੱਕ ਤਾਂ ਇਹ ਹੈ ਕਿ ਜਿਹੜੀ ਉਹ ਸਾਡੇ ਹਿੰਦ ਪਾਕ ਦੇ ਪੰਜਾਬੀਆਂ ਦੀ ਸਾਂਝ ਦੀ ਗੱਲ ਅਸੀਂ ਕਰਦੇ ਆ। ਆਹ ਭਾਈ ਸਾਹਿਬ ਮੇਰੇ ਨਾਲ ਸੀ, ਅਸੀਂ ਲਾਹੌਰ ਗਏ ਸਾਂ ਜੀ, ਤੇ ਉੱਥੇ ਦੀ ਜਿਹੜੀ ਪੰਜਾਬ ਸਰਕਾਰ ਦਾ ਕਲਚਰ ਤਲਾਕ 'ਚ ਉਹਨਾਂ ਨੇ ਜੀ ਸਾਡਾ ਸਨਮਾਨ ਵੀ ਭਾਜੀ ਕੀਤਾ ਤੇ 1 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਕਿ ਅਸੀਂ ਅਮਨ ਦੇ ਹਵਾਲੇ ਨਾਲ ਦੁਨੀਆ 'ਚ ਵਿਚਰਦੇ ਹਾਂ। ਪੈਸੇ ਤਾਂ ਮੈਨੂੰ ਚਾਹੀਦੇ ਨੇ ਸੀ, ਉਹ ਬੱਚਿਆਂ ਦੀ ਪੜ੍ਹਾਈ ਲਈ ਮੈਂ ਉੱਥੇ ਡੋਨੇਟ ਕਰ ਦਿੱਤੇ। ਪਰ ਹਰ ਜਗ੍ਹਾ ਲੋਕੀ ਤਰਸਦੇ ਨੇ ਚੰਗਾ ਕੰਮ ਹੋਣ ਲਈ। ਆਪਾਂ ਵੀ ਇੱਥੇ ਕਰ ਰਹੇ ਹਾਂ, ਸਾਡੇ ਬੱਚੇ ਪੰਜਾਬੀ ਪੜ੍ਹਦੇ ਨੇ। ਨਤਾਸ਼ਾ ਨੇ 12ਵੀਂ ਕੀਤੀ ਹੈ। ਤੁਸੀਂ ਵੀ ਜਿਸ ਘਰ 'ਚ ਰਹਿੰਦੇ ਹੋ, ਆਂਢ ਗੁਆਂਢ ਨੂੰ ਪਲੀਜ਼ ਪਰਸੂਏਡ ਹਿਮ, ਤੁਹਾਡੇ ਬੱਚੇ ਦਾ ਕੁਛ ਸਮਰੇਗਾ, ਵਿਗੜੇਗਾ ਨਹੀਂ ਜੋ ਪੰਜਾਬੀ ਪੜ੍ਹਨੀ ਲਿਖਣੀ ਸਿੱਖ ਜਾਏ। ਬਾਕੀ ਅੰਤ 'ਚ ਹੈ ਕਿ ਮੈਂ ਕਰਮਾਂ ਵਾਲਾ, ਬਲ ਸਾਹਿਬ ਜੈ, ਸ਼ਰਮਾ ਜੀ ਜੈ, ਆ ਸਾਰੇ ਮੇਰੇ ਵੀਰ ਜਿਹੜੇ ਮੇਰੇ ਸਾਹਮਣੇ ਬੈਠੇ ਨੇ, ਦਲਜੀਤ ਕਾਲਰ ਇੰਡਾ ਜਦੋਂ ਨਾ ਬਟੂਆ ਖਾਲੀ ਹੋ ਗਿਆ ਸੀ ਤੇ ਬੰਦਾ ਕਹਿੰਦਾ ਇਸ ਗੱਲੋਂ ਨਾ ਡਰੀ, ਆ ਚੱਕ ਭਰ ਦਿੱਤਾ। ਸੀਰੀਅਸਲੀ ਇਹ ਮਖੌਲੇ ਮੈਂ ਕਰ ਰਿਹਾ। ਉਹਨਾਂ ਦੇ ਅੰਦਰ ਇੱਕ ਭਾਵਨਾ ਸੀ ਕਿ ਯਾਰ ਸਾਡਾ ਬੰਦਾ ਮਰੇਗਾ। ਥੈਂਕ ਯੂ ਦਿਲਜੀਤ ਭਾਜੀ। ਸ਼ਰਮਾ ਜੀ ਸਾਡੇ ਰੇਡੀਓ ਦੀ ਸਾਰੀ ਆਰਥਿਕ ਚੀਜ਼ ਨੂੰ ਇਹ ਸਾਂਭਦੇ ਰਹੇ। ਭੈਣ ਜੀ ਤੁਹਾਡਾ ਵੀ ਸ਼ੁਕਰੀਆ, ਤੁਸੀਂ ਮੈਨੂੰ ਨੌਕਰੀ ਕਰਨ ਲਈ ਪ੍ਰੇਰਿਆ ਤੇ ਮੈਂ ਬਾਅਦ 'ਚ ਭੁੱਖਾ ਨਹੀਂ ਮਰਿਆ। ਤੁਸੀਂ ਜਿੰਨੇ ਵੀ ਆਏ ਹੋ, ਐਕਚੁਅਲੀ ਅਸੀਂ ਸੱਦੇ ਇੰਨੀ ਕੁ ਸੀ, ਵਾਧੂ ਨਹੀਂ ਸੀ। ਆ ਪਿੱਛੇ 2 ਬੰਦੇ ਖੜੇ ਆ, ਹੈ ਮੇਰੇ ਹਾਣੀ ਪਰ ਵਾਲ ਮੇਰੇ ਨਾਲੋਂ ਜ਼ਿਆਦਾ ਉੱਡੇ ਹੋ। ਰਮੇਸ਼ ਸ਼ਹਿਰੀ ਜੀ ਤੇ ਗੁਲਜ਼ਾਰ ਕੰਡੋਲਾ, ਅਸੀਂ 43 ਸਾਲ ਤੋਂ ਵੀ ਫਰੈਂਡ, ਅਸੀਂ ਇਕੱਠੇ ਇੱਕ ਜਗ੍ਹਾ ਕੰਮ ਕੀਤਾ
ਤੇ ਥੈਂਕ ਯੂ ਫॉर ਕਮਿੰਗ। ਅੱਜ ਸੱਗੂ ਸਾਹਿਬ ਨੂੰ ਵਿਚਾਰੇ ਥੋੜੇ ਬਹੁਤ ਢਿੱਲੇ ਮੱਠੇ ਹੋਣ ਕਰਕੇ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ, ਨਹੀਂ ਇਹੋ ਜਿਹੀ ਸੇਵਾ ਉਹ ਨਿਭਾਉਂਦੇ ਆਏ ਨੇ ਇੰਨੇ ਸਾਲ। ਸੱਗੂ ਸਾਹਿਬ ਤੁਹਾਡਾ ਵੀ ਧੰਨਵਾਦ ਜੀ। ਇਸ ਸਫ਼ਰ 'ਚ ਕੋਈ ਮੇਰੇ ਤੋਂ ਗਲਤੀ ਹੋ ਗਈ, ਮੈਂ ਤੁਹਾਡੇ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ। ਹੋ ਸਕਦਾ ਇਨਸਾਨ ਆ, ਕੋਈ ਫਰਿਸ਼ਤਾ ਨਹੀਂ, ਅਸੀਂ ਸੁਭਾਵਿਕ ਹੀ ਕੋਈ ਗਲਤੀ ਅਚਨਚੇਤ ਹੋ ਜਾਂਦੀ ਹੈ। ਤੋ ਇਨ ਕੇਸ ਇਹ ਹੋਈ ਹੋਵੇ ਤਾਂ ਮੈਨੂੰ ਮਾਫ ਕਰ ਦਿਓ। ਬਾਕੀ ਮੇਰੀਆਂ ਬਾਹਾਂ ਤੁਹਾਡੀ ਮੁਹੱਬਤ ਲਈ ਹਮੇਸ਼ਾ ਅੱਡੀਆਂ ਨੇ, ਅੱਡੀਆਂ ਰਹੀਆਂ ਨੇ, ਅੱਡੀਆਂ ਰਹਿਣਗੀਆਂ। ਸ਼ੁਕਰੀਆ, ਥੈਂਕ ਯੂ।